कोई खांदा है तो वह पापी नहीं बन जाता, जे कोई नहीं खांदा तो वह धर्मी नहीं बन जाता। तो वो जे हालातों में अगर किसी ने वो मीट खादा है, जिमें इतिहास जिक्र है, तो वो पाप च नहीं गिणिया जाता। गुरमत का नज़रिया ऐसा नहीं, सौड़ा नहीं है, बहुत खुलदिला नज़रिया है। कई बार कोई जिमें सड़क के उत्ते जी पिया हुंदा जां चोटल हुंदा, उदों तो असीं हमदर्दी दिखाउंदे हां जी। ये जिमें हजूर साहब की बात आउंदी है, नैट पर भी बहुत बार आउंदी है, उत्थे बकरे नूं बेचारे बेकसूर नूं बेजबान नूं पकड़ के लत्तां तो किवें उहदे ते किरपान चलाउने हो। किरपान भी नहीं कहनी चाहिए, वह तलवार है, असल में जुल्म करती है तलवार। ਜਿਹੜਾ ਤਾਂ ਸਾਦਾ ਪਾਣੀ ਹੈ ਉਹਦੇ ਆ ਤਾਂ ਕ੍ਰਿਸਟਲ ਬਣਦੇ ਨਹੀਂ ਜਾਂ ਬੜੀ ਦੂਰ ਦੂਰ ਬਣਦੇ। ਕ੍ਰਿਸਟਲ ਮੀਨਸ ਜੇ ਕੋਈ ਚੀਨੀ ਦੇ ਦਾਣੇ ਹੁੰਦੇ ਇਸ ਤਰ੍ਹਾਂ ਆਮ ਭਾਸ਼ਾ 'ਚ, ਤੇ ਜਿੱਥੇ ਪ੍ਰਵਚਨ ਹੋਏ ਵੇ ਹੁੰਦੇ ਉਹ ਜਿਹੜਾ ਬਣਦਾ ਹੈ ਕ੍ਰਿਸਟਲ ਉਹ ਡਾਇਮੰਡ ਟਾਈਪ ਹੁੰਦੇ। ਮੈਂ ਤਾਂ ਇਸ ਤਰ੍ਹਾਂ ਵੀ ਸੁਣਿਆ ਗੱਲਾਂ ਕਰਦੇ ਈਵਨ ਸਿੱਖਾਂ ਨੂੰ ਵੀ ਇੱਕ ਦੋ ਨੂੰ, ਕਹਿੰਦੇ ਜੀ ਫਿਰ ਜੇ ਤੁਸੀਂ ਕਹਿੰਦੇ ਵੀ ਗੁਰੂ ਸਾਹਿਬ ਤਾਂ ਰੱਬ ਦਾ ਰੂਪ ਤੇ ਵੀ ਉਹ ਤਵੀ ਪਰ ਕਿਉਂ ਬਿਠਾਏ ਗਏ। ਦੇਖੋ ਹੁਣ ਇਹੋ ਜਿਹੇ ਸਵਾਲ ਪੁੱਠੇ ਵੀ ਕਰਦੇ ਨੇ ਲੋਕ, ਪੁੱਠੀ ਮੱਤ ਹੈ ਉਹਨਾਂ ਦੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬੀ ਲੋਕ ਚੈਨਲ, ਤੇ ਪੰਜਾਬੀ ਲੋਕ ਚੈਨਲ ਦੇ ਉੱਤੇ ਅਸੀਂ ਤੁਹਾਨੂੰ ਬੀਤੇ ਕੁਝ ਦਿਨ ਪਹਿਲਾਂ ਡਾਕਟਰ ਸੋਹਣ ਸਿੰਘ ਪਪਰਾਲੀ ਜੀ ਹੋਰਾਂ ਦੇ ਨਾਲ ਮਿਲਵਾਇਆ ਸੀ ਤੇ ਉਹਨਾਂ ਦੇ ਵਿਚਾਰ ਜਾਣੇ ਸੀ। ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਾਂ ਬਾਤਾਂ ਡਾਕਟਰ ਸਾਹਿਬ ਦੇ ਨਾਲ ਸਾਡੀਆਂ ਹੋਈਆਂ ਸੀਗੀਆਂ ਤੇ ਤੁਹਾਡੇ ਨਾਲ ਵਾਅਦਾ ਵੀ ਕੀਤਾ ਸੀ ਕਿ ਡਾਕਟਰ ਸਾਹਿਬ ਨੂੰ ਵੱਖ-ਵੱਖ ਵਿਸ਼ਿਆਂ ਦੇ ਉੱਤੇ ਅਸੀਂ ਤੁਹਾਡੇ ਨਾਲ ਜਿਹੜੇ ਤੁਹਾਡੇ ਰੂਬਰੂ ਕਰਦੇ ਰਹਾਂਗੇ। ਉਸੇ ਵਾਅਦੇ ਦੇ ਮੁਤਾਬਿਕ ਅੱਜ ਅਸੀਂ ਫਿਰ ਡਾਕਟਰ ਸੋਹਣ ਸਿੰਘ ਪਪਰਾਲੀ ਜੀ ਦੇ ਕੋਲ ਪਹੁੰਚੇ ਹਾਂ ਤੇ ਅੱਜ ਅਸੀਂ ਜਿਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਉਹ ਹੈ ਜੀ ਮਾਸ। ਆਪਾਂ ਮੀਟ ਵੀ ਕਹਿ ਦਿੰਦੇ ਹਾਂ ਕਿ ਆਮ ਤੌਰ 'ਤੇ ਸਿੱਖਾਂ ਦੇ ਵਿੱਚ ਵੀ ਇਹ ਦੁਬਿਧਾ ਬਣੀ ਹੋਈ ਹੈ ਵੀ ਮੀਟ ਖਾਣਾ ਜਾਂ ਨਹੀਂ ਖਾਣਾ, ਪਰ ਅਸੀਂ ਸਾਰੀਆਂ ਕਮਿਊਨਿਟੀਜ਼ ਨੂੰ ਨਾਲ ਲੈ ਕੇ ਚੱਲਾਂਗੇ ਕਿ ਇਨਸਾਨ ਨੇ ਮੀਟ ਖਾਣਾ ਹੈ, ਮਾਸ ਖਾਣਾ ਹੈ ਜਾਂ ਨਹੀਂ ਖਾਣਾ, ਉਹਦੇ ਪਿੱਛੇ ਜੇ ਖਾਣਾ ਹੈ ਤਾਂ ਕੀ ਕਾਰਨ ਹੈ, ਨਹੀਂ ਖਾਣਾ ਤਾਂ ਕੀ ਕਾਰਨ ਹੈ, ਇਹ ਅਸੀਂ ਗੱਲਬਾਤ ਕਰਾਂਗੇ। ਪਰ ਪਿਛਲੀ ਜਿਹੜੀ ਮੁਲਾਕਾਤ ਸਾਡੇ ਨਾਲ ਡਾਕਟਰ ਸਾਹਿਬ ਦੀ ਹੋਈ ਸੀਗੀ ਉਹ ਵਡਭਾਗ ਸਿੰਘ ਦੇ ਡੇਰੇ ਬਾਰੇ ਗੱਲਬਾਤ ਕੀਤੀ ਗਈ ਸੀਗੀ। ਉਸ ਡੇਰੇ ਦਾ ਕੀ ਸੱਚ ਸੀਗੀ ਉਹ ਗੱਲਾਂ ਜਿਹੜੀਆਂ ਡਾਕਟਰ ਸਾਹਿਬ ਨੇ ਦੱਸੀਆਂ ਸੀ। ਪਰ ਅੱਜ ਅਸੀਂ ਸ਼ੁਰੂਆਤ ਦੇ ਵਿੱਚ ਪਹਿਲਾਂ ਉਸ ਮੁਲਾਕਾਤ ਦੇ ਆਧਾਰ 'ਤੇ ਮੈਂ ਇੱਕ ਸਵਾਲ ਡਾਕਟਰ ਸਾਹਿਬ ਨੂੰ ਕਰਨਾ ਚਾਹੁੰਦਾ, ਪਰ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰ ਲੈਂਦੇ ਹਾਂ। ਬਹੁਤ ਬਹੁਤ ਸਵਾਗਤ। ਵਾਹਿਗੁਰੂ ਜੀ ਕੀ ਫਤਿਹ। ਅਤੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਆਪਾਂ ਵਿਸ਼ੇ ਦੇ ਨਾਲ ਜੋੜੀਏ ਮੀਟ ਬਾਰੇ। ਪਰ ਪਿਛਲੀ ਮੁਲਾਕਾਤ ਵਿੱਚੋਂ ਇੱਕ ਸਵਾਲ ਵੀ ਆਇਆ ਸੀਗਾ, ਕਈ ਲੋਕ ਕਹਿ ਰਹੇ ਸੀ ਵੀ ਹੁਣ ਉਹ ਜਿਹੜਾ ਵਡਭਾਗ ਸਿੰਘ ਡੇਰੇ ਦੇ ਹੈਗੇ ਨੇ ਲੋਕ ਵੀ ਉਹ ਸਿੱਖਾਂ ਦੇ ਵਿੱਚ ਰਲਣਾ ਚਾਹੁੰਦੇ ਨੇ ਜਾਂ ਕੁਛ ਅਜਿਹੀਆਂ ਹੋਰ ਵੀ ਅਜਿਹੇ ਪ੍ਰਸ਼ਨ ਸੀਗੇ ਜੀ, ਇਹਦੇ ਬਾਰੇ ਕੋਈ ਜਾਣਕਾਰੀ ਹੈ ਜੀ? ਸਾਰੀ ਸਮੂਹ ਸਾਧ ਸੰਗਤ ਨੂੰ, ਦੇਸ਼ਾਂ ਵਿਦੇਸ਼ਾਂ 'ਚ ਬੈਠੇ ਹੋਏ ਸਾਰੇ ਮਾਈ ਭਾਈ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਨਵੀਂ ਜਿਹੜੀ ਜਾਣਕਾਰੀ ਇਕੱਠੀ ਹੋਈ ਹੈ ਉਹ ਇਹ ਹੈ ਬਈ ਸੰਨ 2008 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਹੋਇਆ ਸੀ। ਉਹਦੇ ਵਿੱਚ ਪੰਜੇ ਸਿੰਘ ਸਾਹਿਬਾਨਾਂ ਦੇ ਸਿਗਨੇਚਰ ਵੀ ਹੈ, ਦਾਸਰੇ ਕੋਲ ਉਹਦੀ ਕਾਪੀ ਵੀ ਪਈ ਹੈ। ਸਿੰਘ ਸਾਹਿਬ ਜੋਗਿੰਦਰ ਸਿੰਘ ਜੀ, ਸਿੰਘ ਸਾਹਿਬ ਤਰਲੋਚਨ ਸਿੰਘ ਜੀ ਕੇਸਗੜ੍ਹ ਸਾਹਿਬ ਵਾਲੇ, ਸਿੰਘ ਸਾਹਿਬ ਆਨੰਦਗੜ੍ਹ ਜੀ ਦਮਦਮਾ ਸਾਹਿਬ ਵਾਲੇ, ਤੇ ਆਪਣੇ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ, 5 ਜਣਿਆਂ ਦੇ ਸਾਈਨ ਨੇ ਜੀ। ਉਹਨਾਂ ਨੇ ਇਹ ਗੱਲ ਵਿੱਚ ਮੈਂਸ਼ਨ ਕੀਤੀ ਹੈ ਵੀ ਸਾਡੇ ਕੋਲ ਭਾਈ ਸਵਰਨਜੀਤ ਸਿੰਘ ਜਿਹੜੇ ਡੇਰੇ ਦੇ ਉੱਥੇ ਪ੍ਰਬੰਧਕ ਹੈ ਇਸ ਟਾਈਮ, ਮੰਜੀ ਸਾਹਿਬ ਗੁਰਦੁਆਰਾ ਜਿਹੜਾ ਡੇਰੇ ਵਡਭਾਗ ਸਿੰਘ ਦੇ ਵਿੱਚ ਜੀ, ਉਹ ਸਾਡੇ ਕੋਲ ਪੇਸ਼ ਹੋਏ ਹੈ। ਉਹਨਾਂ ਨੇ ਆਪਣੇ ਪੁਰਖਿਆਂ ਦੇ ਜੋ ਵੀ ਉਹਨਾਂ ਨੇ ਕੀਤਾ ਸੀ ਉਹਦੇ ਮੁਤਲਕ ਸਾਡੇ ਕੋਲ ਪੇਸ਼ ਹੋ ਕੇ ਉਹਨਾਂ ਨੂੰ ਆਪਣੇ ਨਾਲ ਰਲਾਉਣ ਦੀ ਬਾਤ ਕਹੀ ਹੈ। ਤੇ ਜਿਹੜਾ ਵੀ ਕੋਈ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੁੰਦਾ ਹੈ ਤਾਂ ਨੈਚੁਰਲੀ ਉਹ ਆਪਣੇ ਗੁਨਾਹ ਮੰਨਦਾ ਹੈ, ਆਪਣੇ ਪੁਰਖਿਆਂ ਦੇ ਸਹੀ ਖਿਮਾ ਜਾਚਨਾ ਹੋਈ ਹੈ। ਔਰ ਉਹ ਸ੍ਰੀ ਅਕਾਲ ਤਖਤ ਸਾਹਿਬ ਔਰ ਬਾਕੀ ਦੇ ਜਥੇਦਾਰਾਂ ਵੱਲੋਂ ਉਹਨਾਂ ਨੂੰ ਮਾਫੀਨਾਮਾ ਦਿੱਤਾ ਗਿਆ ਹੈ। ਦਾਸਰੇ ਨੂੰ ਜਿਹੜੀ ਪਹਿਲਾਂ ਨੌਲੇਜ ਸੀਗੀ ਉਹ ਇਹ ਸੀਗਾ ਵੀ ਸ਼ਾਇਦ ਕੋਈ ਚਿੱਠੀ ਉਹਨਾਂ ਨੂੰ ਦਿੱਤੀ ਹੈ, ਜਾਰੀ ਕੀਤੀ ਹੈ, ਕਿਸੇ ਇਤਿਹਾਸਕਾਰ ਨੇ ਦੱਸਿਆ ਸੀ, ਪਰ ਨਹੀਂ, ਉਹ ਅਸਲ ਵਿੱਚ ਐਕਚੁਅਲੀ ਹੁਕਮਨਾਮਾ ਹੈ। ਸਿੱਖ ਜਗਤ ਦਾ ਹੁਕਮਨਾਮਾ ਹਰ ਇੱਕ ਸਿੱਖ ਨੂੰ ਸਿਰ ਚੁੱਕਦਾ ਹੈ ਹੁਕਮਨਾਮੇ ਦੇ ਅੱਗੇ, ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਜਾਰੀ ਹੁੰਦਾ ਜੀ। ਉਹਦੇ ਮੁਤਲਕ ਹੋਰ ਵੀ ਜਾਣਕਾਰੀ ਇਕੱਠੀ ਹੋਈ ਹੈ। ਡੇਰਾ ਵਡਭਾਗ ਸਿੰਘ ਦੇ ਵਿੱਚ ਜਿੱਥੇ ਉਹ ਏਰੀਆ ਹੈ ਕਈ ਗੁਰਦੁਆਰੇ ਸਾਹਿਬ ਹੈ ਜੀ, ਜਿਹੜਾ ਮੇਨ ਹੈ ਉਹ ਮੰਜੀ ਸਾਹਿਬ ਕੋ ਹੁੰਦਾ
ਜੀ ਉਹ ਮੰਜੀ ਸਾਹਿਬ ਦੇ ਵਿੱਚ ਭਾਈ ਸਵਰਨਜੀਤ ਸਿੰਘ ਜੀ ਉਹ ਉੱਥੇ ਮਰਿਆਦਾ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਾਲੀ ਚਲਾਈ ਹੋਈ ਹੈ। ਦਾਸ ਨੇ ਉਹ ਅਰਦਾਸ ਵੀ ਸੁਣੀ ਹੈ ਜਿਹੜੀ ਉੱਥੇ ਹੁੰਦੀ ਹੈ, ਜੀ ਉਹ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਅਰਦਾਸ ਪ੍ਰਵਾਨ ਤੇ ਉਹੀ ਹੁੰਦੀ ਹੈ। ਔਰ ਭਾਈ ਸਵਰਨਜੀਤ ਸਿੰਘ ਨੇ ਅੰਮ੍ਰਿਤਧਾਰੀ ਹੋਣ ਦੇ ਨਾਤੇ ਉੱਥੇ ਲਿਖ ਕੇ ਵੀ ਨੋਟਿਸ ਬੋਰਡ ਲਗਾਏ ਹੋਏ ਆ 2 ਜਗ੍ਹਾ, ਇੱਕ ਬੇਰੀ ਜਿਹੜੀ ਕੋਈ ਕਹਿੰਦੇ ਆ, ਇੱਕ ਜਿਹੜਾ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਹੈ, ਬਈ ਇੱਥੇ ਡੋਲੀਆਂ ਖਿਡਾਉਣੀਆਂ, ਚੁਮਟੇ ਢੋਲਕੀਆਂ ਵਗੈਰਾ ਵਜਾ ਕੇ ਜਿੱਕਣੇ ਟੋਲੀਆਂ ਜਾਂਦੀਆਂ ਉਰੇ ਤੋਂ ਬਾਹਰ ਤੋਂ ਉੱਥੇ, ਵੀ ਇਹ ਸਖਤ ਮਨਾ ਹੈ ਜੀ। ਸੋ ਕਹਿਣ ਤੋਂ ਮੁਰਾਦ ਇਹ ਹੈ ਵੀ ਉਹ ਜਿਹੜੇ ਪ੍ਰਬੰਧਕ ਹੈ ਉਹ ਤਾਂ ਖੁਦ ਨਹੀਂ ਚਾਹੁੰਦੇ ਵੀ ਇਹ ਜਿਹੜਾ ਇਸ ਤਰ੍ਹਾਂ ਦਾ ਸਿਲਸਿਲਾ ਇਹ ਨਹੀਂ ਹੋਣਾ ਚਾਹੀਦਾ ਉੱਥੇ, ਭੂਤਾਂ ਪ੍ਰੇਤਾਂ ਵਾਲਾ, ਜਿਹੜਾ ਕਿ ਅਨਸਾਇੰਟੀਫਿਕ ਵੀ ਹੈ। ਪਰ ਲੋਕਾਂ ਦੀ ਚੇਤਨਾ 'ਚ ਇਹ ਗੱਲਾਂ ਬੈਠੀਆਂ ਹੋਈਆਂ, ਉਹਨਾਂ ਨੂੰ ਛੱਡੋ, ਬਾਕੀ ਸਿੱਖ ਜਗਤ ਵੀ ਤਾਂ ਉੱਦਾਂ ਹੀ ਕਰਦਾ। ਟੋਬਿਆਂ ਦੀਆਂ ਮਿੱਟੀਆਂ ਕੱਢਣ ਲੱਗਿਆ ਹੋਇਆ, ਕੋਈ ਸਮਾਧਾਂ 'ਤੇ ਮੱਥੇ ਟੇਕਦਾ, ਕੋਈ ਸਤੀਆਂ 'ਤੇ ਜਾਂਦਾ ਹੈ, ਕੋਈ ਜਠੇਰਿਆਂ ਦੀ ਪੂਜਾ ਕਰਨ ਲੱਗਿਆ, ਕੋਈ ਜੋਤਸ਼ੀਆਂ ਦੇ ਨਗ ਪਾਉਂਦਾ। ਇਹ ਤਾਂ ਲੋਕ ਚੇਤਨਾ ਹੈ, ਇਹ ਤਾਂ ਹੌਲੀ ਹੌਲੀ ਕਿਸੇ ਸਮੇਂ ਨਾਲ ਠੀਕ ਹੋ ਸਕਦੀ ਹੈ, ਅਦਰਵਾਈਜ਼ ਬੜੀ ਮੁਸ਼ਕਲ ਹੈ ਠੀਕ ਹੋਣਾ ਇਹਦਾ। ਗੁਰੂ ਸਾਹਿਬ ਦਾ ਇੰਨਾ ਚਾਨਣਾ ਹੈ ਗੁਰਬਾਣੀ ਦਾ, ਸਾਇੰਸ ਇੰਨੀ ਅੱਗੇ ਵੱਧ ਚੁੱਕੀ ਹੈ, ਅਜੇ ਵੀ ਅਸੀਂ ਸਿੱਖ ਜਗਤ ਇਹੀ ਕੁਝ ਕਰ ਰਿਹਾ ਹੈ। ਚਲੋ ਇਹ ਤਾਂ ਹੁਣ ਗੁਰੂ ਮਹਾਰਾਜ ਦਾ ਹੁਕਮ ਹੈ, ਜਿੱਕਣ ਪਰਮਾਤਮਾ ਚਲਾਉਂਦਾ ਹੈ, ਚੱਲ ਰਹੇ। ਔਰ ਜਿਉਂ ਕਿਸੇ ਨੂੰ ਗਿਆਨ ਹੋ ਜਾਂਦਾ ਉਹ ਹਟ ਵੀ ਜਾਂਦਾ ਹੈ। ਇਹ ਸੀਗੇ ਉਸ ਡੇਰੇ ਦੇ ਮੁਤਲਕ। ਹੁਣ ਆਪਾਂ ਕਿਉਂਕਿ ਟਾਈਮ ਦੀ ਆਪਣੇ ਕੋਲ ਲਿਮਟ ਹੈ ਜੀ, ਜਿਹੜੀ ਗੱਲ ਥੱਲੀ ਸਾਹਿਬ ਨੇ ਕਹੀ ਹੈ ਮੀਟ ਦੇ ਜਾਂ ਮਾਸ ਖਾਣ ਦੇ ਬਾਰੇ 'ਚ, ਉਹਦੇ ਬਾਰੇ 'ਚ ਵਿਚਾਰ ਕਰਦੇ ਹਾਂ ਜੀ। ਤੇ ਗੱਲ ਸਭ ਤੋਂ ਪਹਿਲਾਂ ਆਪਾਂ ਸਿੱਖ ਜਗਤ ਦੇ ਵਿੱਚ ਵੀ ਬੜਾ ਭੰਬਲ ਭੁੱਸਾ ਪਿਆ ਵਾ ਜੀ, ਕੋਈ ਕਹਿ ਰਿਹਾ ਜੀ ਮੀਟ ਖਾਣਾ ਚਾਹੀਦਾ, ਨਹੀਂ ਖਾਣਾ ਚਾਹੀਦਾ, ਪਰ ਤੁਹਾਡੇ ਵਿਚਾਰ ਕੀ ਨੇ? ਸਿੱਖਾਂ ਦੀ ਗੱਲ ਬਾਅਦ ਦੇ ਵਿੱਚ ਕਰਦੇ ਹਾਂ। ਇੱਕ ਇਨਸਾਨ ਨੂੰ ਮੀਟ ਖਾਣਾ ਚਾਹੀਦਾ ਜੀ, ਮਾਸ? ਥਲੀ ਸਾਹਿਬ, ਪਰਸਨਲੀ ਆਈ ਹੈਵ ਨੈਵਰ ਈਟਨ ਮੀਟ। ਮੈਂ ਕਦੇ ਨਹੀਂ ਖਾਧਾ ਆਪਣੀ ਜ਼ਿੰਦਗੀ 'ਚ ਜੀ, ਪਰ ਮੈਨੂੰ ਇੰਨਾ ਕੁ ਪਤਾ ਵੀ ਮੇਰੇ ਜਿਹੜੇ ਨਾਨਕੇ ਸੀ ਘਰ, ਉਹ ਸਾਰੇ ਹੁਣ ਵੀ ਵਰਤਦੇ ਆ, ਉਹ ਪਹਿਲਾਂ ਵੀ ਵਰਤਦੇ ਹੋਣਗੇ। ਛੋਟੇ ਹੁੰਦੇ ਨੇ ਖਾਧਾ ਹੋਇਆ, ਮੈਨੂੰ ਨਹੀਂ ਪਤਾ ਉਹਦੇ ਬਾਰੇ, ਪਰ ਜਦ ਤੋਂ ਸੋਝੀ ਸੰਭਲੀ ਹੈ, ਯਾਨੀ 10-12 ਸਾਲ ਤੋਂ ਬਾਅਦ ਤੱਕ ਦਾ, ਦਾਸ ਨੇ ਕਦੇ ਮੀਟ ਨਹੀਂ ਖਾਧਾ। ਹਾਲਾਂਕਿ ਜਿੱਥੇ ਹੋਸਟਲਾਂ 'ਚ ਅਸੀਂ ਰਹੇ ਹਾਂ, ਬਾਹਰ ਪੜ੍ਹਦੇ, ਉੱਥੇ ਇੱਧਰਲਾ ਮੁੰਡਾ ਵੀ ਮੀਟ ਖਾਂਦਾ ਸੀ, ਇੱਧਰਲਾ ਵੀ ਖਾਂਦਾ ਸੀ। ਸਾਰੇ ਹੀ ਹੋਸਟਲ ਜਿੰਨੇ ਰਹਿੰਦੇ ਸੀ ਸਭ ਖਾਤਰ ਮੀਟ ਆਉਂਦਾ ਸੀ। ਬੰਗਾਲੀ ਵਾਰਡਨ ਸੀਗਾ ਜੀ, ਤੇ ਮੇਰੇ ਖਾਤਰ 2 ਰਸਗੁੱਲੇ ਉਹ ਡੂਨੇ 'ਚ ਲਿਆਉਂਦਾ ਹੁੰਦਾ ਸੀ। ਇੱਕ ਦਿਨ ਉਹ ਵੀ ਡੁੱਲ ਡੱਲ ਗਏ, ਮੈਨੂੰ ਕਹਿੰਦਾ ਕਿਆ ਸਰਦਾਰ ਜੀ ਆਪ ਤੋਂ ਸਭ ਲੋग ਬੱਕਰਾ ਸਾਬਤਾ ਖਾते हैं, आप भी खा लीजिए करिए। ਮੈਂ ਕਿਹਾ ਸਰ ਮੇਰੇ ਤੁਸੀਂ ਰਸਗੁੱਲੇ ਹੀ ਬੰਦ ਕਰ ਦਿਓ, ਮੈਂ ਨਹੀਂ ਖਾਣਾ। ਤਾਂ ਮੈਂ ਕਦੇ ਨਹੀਂ ਖਾਧਾ। ਮੇਰੀ ਪਰਸਨਲ ਤਾਂ ਇਹ ਹੈ। ਬਾਕੀ ਜਿਹੜੀ ਗੱਲ ਗੁਰਬਾਣੀ ਦੀ ਹੈ, ਸਿੱਖ ਜਗਤ ਵਿੱਚ ਜਿਹੜੀ ਮਾਨਤਾ ਹੈ, ਉਹਦੇ ਮੁਤਲਕ ਆਪਾਂ ਨੇ ਅੱਜ ਵਿਚਾਰ ਕਰਨੀ ਹੈ, ਕਿਉਂਕਿ ਬੰਦੇ ਦਾ ਆਪਣਾ ਖਿਆਲ ਗਲਤ ਹੋ ਸਕਦਾ ਹੈ, ਗੁਰਬਾਣੀ ਗਲਤ ਨਹੀਂ ਹੋ ਸਕਦੀ। ਆਪਾਂ ਗੁਰਬਾਣੀ ਦੀ ਬਾਤ, ਗੁਰਬਾਣੀ ਦੇ ਅਨੁਸਾਰ ਕੀ ਕਹਿੰਦੀ ਹੈ ਗੁਰਬਾਣੀ, ਵੀ ਮੀਟ ਖਾਣਾ ਚਾਹੀਦਾ ਜਾਂ ਨਹੀਂ ਖਾਣਾ? ਹਾਂ ਦੇਖੋ, ਇਹਦੇ ਬਾਰੇ ਵਿਚਾਰ ਇਹ ਹੈ ਬਈ ਮੀਟ ਜਾਂ ਮਾਸ ਖਾਣਾ ਨਹੀਂ ਚਾਹੀਦਾ, ਇਹ ਤਾਂ ਹੈ ਰਿਜ਼ਲਟ ਜੀ। ਪਰ ਇਹਦੇ ਇਸ ਤਰ੍ਹਾਂ ਸਿੱਧੀ ਸਟੇਟਮੈਂਟ ਨਹੀਂ ਹੈ ਗੁਰਬਾਣੀ 'ਚ। ਗੁਰਬਾਣੀ 'ਚ ਇਹ ਫਰਮਾਇਆ ਹੋਇਆ ਹੈ ਵੀ ਜੇ ਤੁਸੀਂ ਭਾਈ ਮੀਟ ਨੂੰ ਬੁਰਾ ਗਿਣਦੇ ਆ ਤਾਂ ਸਾਗ ਵੀ ਤਾਂ, ਉਹਦੇ ਵਿੱਚ ਵੀ ਤਾਂ ਜਾਨ ਹੈਗੀ ਹੈ। ਕੌਣ ਮਾਸ ਕੌਣ ਸਾਗ ਕਹਾਵੈ, ਕਿਸ ਮੈਂ ਪਾਪ ਸਮਾਨੈ। ਜਾਂ ਪਹਿਲਾਂ ਮਾਸ ਕਰ ਮੂਰਖ ਝਗੜਿਆ, ਗਿਆਨ ਧਿਆਨ ਨਹੀਂ ਜਾਣੈ। ਝਗੜਾ ਕਰਦੇ ਆ ਮੂਰਖ ਲੋਕ ਮਾਸ ਦੇ ਪਿੱਛੇ। ਝਗੜੇ ਵਾਲੀ ਇਹ ਗੱਲ ਨਹੀਂ ਹੈ, ਇਹ ਹੈ ਗੁਰਮਤਿ ਅਨੁਸਾਰ ਸਮੇਂ ਦੀ ਲੋੜ ਦੇ ਮੁਤਾਬਕ। ਹੁਣ ਦੇਖੋ, ਜੇ ਜੀਵ ਦੇ ਚਸਕਿਆਂ ਖਾਤਰ ਕੋਈ ਮਾਸ ਖਾਂਦਾ ਹੈ, ਇਹ ਬੁਰੀ ਗੱਲ ਹੈ। ਹਰ ਸ਼ੈ ਜਿਉਣਾ ਚਾਹੁੰਦੀ ਹੈ, ਲਿਵ ਐਂਡ ਲੈਟ ਲਿਵ। ਕਿਸੇ ਨੂੰ ਕਿਉਂ ਮਾਰਿਆ ਜਾਵੇ, ਹਿੰਸਾ ਵੀ ਹੁੰਦੀ ਹੈ, ਲੇਕਿਨ ਇਹਦੇ ਨਾਲ ਪਵਿੱਤਰਤਾ ਨਹੀਂ ਜੋੜੀ ਗੁਰਬਾਣੀ ਨੇ। ਕੋਈ ਖਾਂਦਾ ਹੈ ਤਾਂ ਉਹ ਪਾਪੀ ਨਹੀਂ ਬਣ ਜਾਂਦਾ, ਜੇ ਕੋਈ ਨਹੀਂ ਖਾਂਦਾ ਤਾਂ ਉਹ ਧਰਮੀ ਨਹੀਂ ਬਣ ਜਾਂਦਾ। ਧਰਮੀ ਹੋਣਾ ਨਾ ਹੋਣਾ ਗੁਰਮਤਿ ਦੇ ਮੁਤਾਬਕ ਨਾਮ ਦੇ ਨਾਲ ਹੈ। ਜਿਸ ਮਨੁੱਖ ਦੇ ਅੰਦਰ ਨਾਮ ਚੱਲ ਪਿਆ, ਗੁਰੂ ਸਾਹਿਬ ਨੇ ਉਹਨੂੰ ਬਖਸ਼ਿਸ਼ ਕਰ ਦਿੱਤੀ ਨਾਮ ਦੀ, ਉਹ ਪਵਿੱਤਰ ਹੈ। ਬਾਕੀ ਕੋਈ ਕਿਸੇ ਨੂੰ ਪਵਿੱਤਰ ਗੁਰਬਾਣੀ ਨਹੀਂ ਮੰਨਦੀ। ਸਗੋਂ ਏਕ ਵਸਤ ਬੂਝੈ ਤਾਂ ਹੋਮੈ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਜੇ ਤਾਂ ਉਹ ਵਸਤੂ ਬੁੱਝ ਲਈਏ ਨਾਮ ਵਾਲੀ ਅੰਦਰ, ਧਾਰਮਿਕ ਕਿਰਿਆ ਕਰਮ ਕਰਨਾ ਇਹ ਹੋਰ ਚੀਜ਼ਾਂ, ਇਹ ਤਾਂ ਬਹੁਤ ਛੋਟੀਆਂ ਗੱਲਾਂ ਹੈ। ਜੇ ਨਾਮ ਦੀ ਅੰਦਰ ਕਿਣਕਾ ਮਹਾਰਾਜ ਨੇ ਦੇਤਾ ਹੈ, ਫੇਰ ਪਵਿੱਤਰ ਹੈ ਭਾਈ ਤੂੰ, ਅਦਰਵਾਈਜ਼ ਯੂ ਆਰ ਡਰਟੀ ਐਂਡ ਸੋਇਲਡ। ਤੂੰ ਮਤਲਬ ਗੰਦਾ ਹੈ ਜੀ, ਨਾਪਾਕ ਹੈ। ਹੁਣ ਇਹ ਜਿਹੜੇ ਪੰਡੇ ਸੀ ਕਿਆ ਕਰਦੇ ਸੀ ਉਸ ਟਾਈਮ ਵੀ, ਹੁਣ ਵੀ ਈਵਨ, ਨੱਕ ਪਕੜਨਾ ਹੈ, ਬੋ ਆਉਂਦੀ ਹੈ ਮੀਟ ਦੀ, ਇਸ ਤਰ੍ਹਾਂ ਕਰਦੇ ਹੁੰਦੇ।
ਤਾਂ ਗੁਰੂ ਨਾਨਕ ਪਾਤਸ਼ਾਹ ਨੇ ਇਹ ਸ਼ਬਦ ਉਹਨਾਂ ਪਰ ਹੀ ਲਾਇਆ ਹੋਇਆ ਵੀ ਤੁਸੀਂ ਦਿਨ ਵਿੱਚ ਤਾਂ ਇਹ ਕੰਮ ਕਰਦੇ ਆ ਵੀ ਮੀਟ ਤੋਂ ਬੋ ਆਉਂਦੀ, ਰਾਤ ਨੂੰ ਤੁਸੀਂ ਸਾਬ ਤੇ ਮਨੁੱਖਾਂ ਨੂੰ ਖਾ ਜਾਂਦੇ ਲਾਲਚ ਵਿੱਚ ਆਪਣੇ 'ਚ, ਬਈ ਇਹ ਠੀਕ ਨਹੀਂ ਹੈ। ਜੇ ਲੋੜ ਦੇ ਮੁਤਾਬਕ ਕਿਤੇ ਖਾਧਾ ਹੈ, ਜਿਵੇਂ ਹੁਣ ਗੁਰਦਾਸ ਨੰਗਲ ਦੀ ਗੜੀ ਹੈ, ਇਤਿਹਾਸ 'ਚ ਜ਼ਿਕਰ ਆਉਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਸਿੰਘਾਂ ਦੇ ਨਾਲ ਘਿਰਿਆ ਹੋਇਆ ਸੀ ਉੱਥੇ ਜੀ। ਉੱਥੇ ਜਦ ਅੰਦਰ ਕੁਝ ਰਿਹਾ ਹੀ ਨਹੀਂ ਖਾਣ ਨੂੰ, 7 ਮਹੀਨੇ 8 ਮਹੀਨੇ ਘੇਰਾ ਪਿਆ ਰਿਹਾ ਆਲੇ ਦਾਲੇ ਤੋਂ ਮੁਗਲ ਫੌਜਾਂ ਦਾ, ਤੋ ਅੰਦਰ ਪਹਿਲਾਂ ਦਰਖਤਾਂ ਦੇ ਛਿੱਲੜ ਖਾ ਲਏ, ਪੱਤੇ ਵੀ ਖਾ ਲਏ, ਜਦ ਕੁਝ ਵੀ ਨਾ ਰਿਹਾ ਅਖੀਰ ਨੂੰ ਘੋੜੇ ਵੱਢ ਕੇ ਵੀ ਖਾਧੇ। ਤੋ ਜਾਨਵਰ ਅੰਦਰ ਜਿਹੜਾ ਮਰਦਾ ਵੀ ਸੀ ਉਹਨੂੰ ਕੋਈ ਜਲਾਉਣ ਦਾ ਜਾਂ ਕੁਝ ਦਫਨਾਉਣ ਦਾ ਕੁਝ ਹੈ ਹੀ ਨਹੀਂ ਸੀਗਾ, ਕੋਈ ਸਿਲਸਿਲਾ ਅੰਦਰ, ਕਿਉਂਕਿ ਘੇਰਾ ਪਿਆ ਸੀਗਾ, ਗੜੀ ਸੀਗੀ ਇੱਕ ਇਕੱਲੀ। ਤੋ ਉਹੋ ਜਿਹੇ ਹਾਲਾਤਾਂ ਵਿੱਚ ਅਗਰ ਕਿਸੇ ਨੇ ਉਹ ਮੀਟ ਖਾਧਾ ਹੈ, ਜਿਵੇਂ ਇਤਿਹਾਸ ਜ਼ਿਕਰ ਹੈ, ਤਾਂ ਉਹ ਪਾਪ 'ਚ ਨਹੀਂ ਗਿਣਿਆ ਜਾਂਦਾ। ਗੁਰਮਤਿ ਦਾ ਨਜ਼ਰੀਆ ਐਸਾ ਨਹੀਂ, ਸੌੜਾ ਨਹੀਂ ਹੈ, ਬਹੁਤ ਖੁੱਲ੍ਹਦਿਲਾ ਨਜ਼ਰੀਆ ਹੈ ਵੀ ਭਾਈ ਮੀਟ ਅਗਰ ਜੀਭ ਦੇ ਚਸਕਿਆਂ ਵਾਸਤੇ ਖਾਂਦੇ ਹੋ ਬੁਰੀ ਗੱਲ ਹੈ। ਅਗਰ ਕਿਸੇ ਨੇ ਮਜਬੂਰੀ ਬਸ ਬਾਹਰ ਲਾਚਾਰਗੀ, ਜਿਵੇਂ 10ਵੇਂ ਪਾਤਸ਼ਾਹ ਕਹਿੰਦੇ ਆ ਵੀ ਮੈਨੂੰ ਕੋਈ ਸ਼ੌਕ ਨਹੀਂ ਸੀ ਮੈਂ ਸ਼ਸਤਰ ਚੱਕਾਂ, ਮੈਂ ਤਾਂ ਭਗਤੀ ਕਰਨ ਵਾਸਤੇ ਆਇਆ ਹੋਇਆ, ਲੇਕਿਨ ਇਹ ਮੇਰੀ ਮਜਬੂਰੀ ਬਣ ਗਈ ਹੈ ਵੀ ਜਦ ਜ਼ਾਲਮ ਹਟਦਾ ਹੀ ਨਹੀਂ ਹੈ ਜ਼ੁਲਮ ਕਰਨੇ ਤੋਂ, ਤਾਂ ਮੈਨੂੰ ਸ਼ਸਤਰ ਪਰ ਹੱਥ ਲਿਜਾਣਾ ਪਿਆ। ਬਿਲਕੁਲ। ਤੋ ਉਹ ਬਾਹਰ ਲਾਚਾਰਗੀ ਇੱਕ ਗੱਲ ਕਰੀ ਜਾਂਦੀ ਹੈ, ਉਹ ਹੋਰ ਹੁੰਦੀ ਹੈ, ਅਤੇ ਜਿਹੜੀ ਇੱਛਾ ਨਾਲ ਕਰੀ ਜਾਂਦੀ ਹੈ ਆਪਣੀ ਸਵੈ ਇੱਛਾ ਨਾਲ, ਉਹ ਗੱਲ ਹੋਰ ਹੁੰਦੀ ਹੈ। ਸਵੈ ਇੱਛਾ ਨਾਲ ਗੁਰੂ ਸਾਹਿਬ ਨਹੀਂ ਸੀ ਚਾਹੁੰਦੇ ਵੀ ਮੈਂ ਹਥਿਆਰ ਚੱਕਾਂ, ਪਰ ਅੱਜ ਤੱਕ ਗੁਰੂਆਂ ਦੇ ਨਾਲ ਜੋੜ ਕੇ ਅਸੀਂ ਜੀਭ ਦੇ ਸਵਾਦ ਲਈ ਖਾਣਾ ਸ਼ੁਰੂ ਕਰ ਲਿਆ। ਫਿਰ ਉਹ ਬਹੁਤ ਬੁਰੀ ਗੱਲ ਹੈ। ਇਹ ਜਿਵੇਂ ਹਜੂਰ ਸਾਹਿਬ ਦੀ ਬਾਤ ਆਉਂਦੀ ਹੈ, ਨੈੱਟ ਪਰ ਵੀ ਬਹੁਤ ਵਾਰ ਆਉਂਦੀ ਹੈ, ਉੱਥੇ ਬੱਕਰੇ ਨੂੰ ਵਿਚਾਰੇ ਬੇਕਸੂਰ ਨੂੰ, ਬੇਜ਼ਬਾਨ ਨੂੰ ਪਕੜ ਕੇ ਲੱਤਾਂ ਤੋਂ ਕਿਵੇਂ ਉਹਦੇ 'ਤੇ ਕਿਰਪਾਨ ਚਲਾਉਂਦੇ ਹੋ। ਕਿਰਪਾਨ ਵੀ ਨਹੀਂ ਕਹਿਣੀ ਚਾਹੀਦੀ, ਉਹਦਾ ਤਲਵਾਰ ਹੈ ਅਸਲ ਵਿੱਚ, ਜ਼ੁਲਮ ਕਰਦੀ ਹੈ ਤਲਵਾਰ। ਕਿਰਪਾਨ ਤਾਂ ਜ਼ੁਲਮ ਨੂੰ ਹਟਾਉਂਦੀ ਹੁੰਦੀ ਹੈ, ਹਾਂ ਕਿਰਪਾ ਵਰਤਾਉਂਦੀ ਹੈ। ਉਹ ਜਿਹੜਾ ਇਹ ਕਰਮ ਹੈ ਹੁਣ ਇਹ ਕਿਸੇ ਤਰੀਕੇ ਨਾਲ ਚੱਲ ਰਿਹਾ, ਕਿਉਂਕਿ ਉੱਧਰ ਜਿਹੜੇ ਸਾਡਾ ਤਖਤ ਸਾਹਿਬਾਨ ਹੈ ਉਹ ਆਪਣਾ ਤਲਵੰਡੀ ਆਪਣਾ ਇਹਦਾ ਹਜੂਰ ਸਾਹਿਬ ਦਾ, ਉੱਥੇ ਉਹ ਕਹਿੰਦੇ ਜੀ ਸਾਡੀ ਮਰਿਆਦਾ ਪਹਿਲਾਂ ਤਾਂ ਚੱਲੀ ਆਉਂਦੀ ਹੈ, ਮਰਿਆਦਾ ਦੇ ਨਾਂ ਪਰ ਉਹ ਕਰੀ ਜਾਂਦੇ ਆ ਕਿ ਸ਼ਾਸਤਰਾਂ ਨੂੰ ਭੋਗ ਵੀ ਲੱਗਦਾ। ਪੰਜਾਬ ਵਿੱਚ ਤਾਂ ਕਿਸੇ ਸ਼ਾਸਤਰ ਨੂੰ ਭਾਈ ਭੋਗ ਨਹੀਂ ਲੱਗਦਾ, ਇਹ ਉਹਨਾਂ ਦੀਆਂ ਆਪਣੀ ਮਨੌਤਾਂ ਅਸਲ 'ਚ ਇਹ ਸਹੀ ਨਹੀਂ ਹੈ। ਕਿਤੇ ਗੁਰਬਾਣੀ 'ਚ ਕਿਤੇ ਨਹੀਂ ਲਿਖਿਆ ਵੀ ਸ਼ਾਸਤਰਾਂ ਨੂੰ ਭੋਗ ਲਾਉਣਾ ਜਾਂ ਨਹੀਂ ਲਾਉਣਾ, ਪਰ ਹੁਣ ਉਹ ਚੱਲ ਰਿਹਾ। ਉੱਥੇ ਬੜੀ ਗਿਲਾਨੀ ਦਾ ਕਾਰਨ ਬਣਦਾ ਜਾਂ ਸੰਗਤਾਂ ਦੇ ਸਾਹਮਣੇ ਇਸ ਤਰ੍ਹਾਂ ਹੱਥ ਗੁਰੂ ਸਾਹਿਬ ਆਪਣੇ ਗੁਰਦੁਆਰਾ ਸਾਹਿਬ ਦੇ ਪ੍ਰੀਮਿਸਿਸ ਦੇ ਵਿੱਚ ਹੀ ਬੱਕਰੇ ਨੂੰ ਕੱਟਦੇ ਹੈ, ਔਰ ਫਿਰ ਦਾਸ ਨੇ ਦੇਖਿਆ ਵੀ ਉਹਨੂੰ ਲਿਜਾ ਕੇ ਉੱਥੋਂ ਫਿਰ ਅੱਗੇ ਭੋਗ ਵੀ ਸ਼ਾਇਦ ਲਗਵਾਇਆ ਜਾਂਦਾ। ਇਹ ਤਾਂ ਹੋਰ ਵੀ ਬਹੁਤ ਬੁਰੀ ਗੱਲ ਹੈ। ਕਿਸੇ ਜੀਵ ਨੂੰ ਏਕਣ ਮਾਰ ਦੇਣਾ ਜਿਹੜਾ ਬੇਵਸ ਹੈ, ਲਾਚਾਰ ਹੈ, ਸਾਡੇ ਵੱਸ 'ਚ ਪਿਆ ਹੋਇਆ, ਇਹ ਗੁਰਮਤਿ ਨਹੀਂ ਹੋ ਸਕਦੀ। ਗੁਰੂ ਸਾਹਿਬ ਦਾ ਇਹ ਨਿਰਣਾ ਕਦੇ ਵੀ ਨਹੀਂ ਹੋ ਸਕਦਾ ਵੀ ਇਸ ਤਰੀਕੇ ਨਾਲ ਕਿਸੇ ਨੂੰ ਕੱਟਿਆ ਜਾਵੇ। ਕਈ ਵਾਰ ਕੋਈ ਜਿਵੇਂ ਸੜਕ ਦੇ ਉੱਤੇ ਜੀ ਪਿਆ ਹੁੰਦਾ ਜਾਂ ਚੋਟਲ ਹੁੰਦਾ, ਉਦੋਂ ਤਾਂ ਅਸੀਂ ਹਮਦਰਦੀ ਦਿਖਾਉਂਦੇ ਹਾਂ ਜੀ, ਹੈ ਨਾ ਜੀ। ਉਦੋਂ ਅਸੀਂ ਕਹਿੰਦੇ ਹਾਂ ਵੀ ਇਹਨੂੰ ਹਸਪਤਾਲ ਪਹੁੰਚਾ ਦਿਓ, ਇਹ ਕਰ ਦਿਓ ਜੀ, ਫਿਰ ਸ਼ਾਮ ਨੂੰ ਅਸੀਂ ਵੱਢਦੇ ਹਾਂ ਜੀ ਉਹਨੂੰ। ਤੋ ਇਹ ਜਿਹੜਾ ਸ਼ਿਕਾਰ ਦੀ ਗੱਲ ਵੀ ਆਉਂਦੀ ਹੈ, ਸਿੱਖ ਜਗਤ ਵਿੱਚ ਵੀ ਦਾਸਰੇ ਨੂੰ ਸੁਣਦਾ ਰਹਿੰਦਾ ਇਸ ਤਰ੍ਹਾਂ ਕਈ ਕੁਆਟਰਸ 'ਤੇ ਗੱਲਾਂ ਆਉਂਦੀਆਂ ਵੀ ਗੁਰੂ ਸਾਹਿਬ ਸ਼ਿਕਾਰ ਖੇਡਦੇ ਸੀ। ਭਾਈ ਬਿਲਕੁਲ ਖੇਡਦੇ ਸੀ, 6ਵੇਂ ਪਾਤਸ਼ਾਹ ਵੀ 10ਵੇਂ ਪਾਤਸ਼ਾਹ ਵੀ। ਸ਼ਿਕਾਰ ਖੇਡਣ ਦੀ ਜਿਹੜੀ ਭਾਵਨਾ ਸੀਗੀ ਉਹ ਖਾਣ ਦੀ ਨਹੀਂ ਸੀ, ਉਹ ਆਤਮ ਬਲ ਨੂੰ ਉੱਚਾ ਚੱਕਣ ਖਾਤਰ, ਸਰੀਰਾਂ ਨੂੰ ਤਕੜਾ ਕਰਨ ਖਾਤਰ, ਨਿਗਰੀ ਹੋਈ ਆਤਮਾ ਨੂੰ ਬਲਵਾਨ ਕਰਨ ਖਾਤਰ ਸੀ। ਵੀ ਜੇ ਅਸੀਂ ਇੱਕ ਜਾਨਵਰ ਨੂੰ ਵੀ ਨਹੀਂ ਮਾਰ ਸਕਦੇ ਤੇ ਸਾਹਮਣੇ ਜਰਵਾਣਾ ਹਥਿਆਰਾਂ ਸਹਿਤ ਖੜਾ ਹੋਵੇ, ਮੁਗਲਾਂ ਦੀ ਗੱਲ ਹੈ, ਤਾਂ ਅਸੀਂ ਉਹਨੂੰ ਕਿਵੇਂ ਉਹਦੇ ਨਾਲ ਮੁਕਾਬਲਾ ਕਰਾਂਗੇ। ਉਹ ਸਪਿਰਿਟ ਭਰਨ ਖਾਤਰ ਸ਼ਿਕਾਰ ਗੁਰੂ ਸਾਹਿਬ ਖਿਡਾਉਂਦੇ ਹੁੰਦੇ ਸੀਗੇ। ਉਹ ਜਾਇਜ਼ ਸੀਗਾ, ਕਿਉਂਕਿ ਗੁਰਬਾਣੀ ਦੇ ਵਿੱਚ ਜਾਂ ਗੁਰਮਤਿ ਅਨੁਸਾਰ ਕੋਈ ਵੀ ਕਰਮ ਨਾ ਚੰਗਾ ਹੈ ਨਾ ਹੀ ਮੰਦਾ ਹੈ। ਇਹ ਦਾਸਰੇ ਨੇ ਪਹਿਲਾਂ ਵੀ ਬਾਤ ਕਹੀ ਹੋਈ ਹੈ ਕਈ ਵਾਰ ਨੈੱਟ ਪਰ। ਉਸ ਕਰਮ ਦੇ ਪਿੱਛੇ ਜਿਹੜੀ ਭਾਵਨਾ ਹੈ ਉਹ ਚੰਗਾ ਜਾਂ ਮੰਦਾ ਬਣਾਉਂਦੀ ਹੈ ਉਹਨੂੰ। ਦੇਖੋ ਜੇ ਕੋਈ ਨਾਮ ਵੀ ਜਪਦਾ ਹੈ ਗੁਰਮਤਿ ਅਨੁਸਾਰ, ਅਗਰ ਉਹ ਨਾਮ ਹਉਮੈ 'ਚ ਜਪਦਾ ਬੰਦਾ, ਭਗਤੀ ਹਉਮੈ 'ਚ ਕਰਦਾ ਹੈ, ਉਹ ਸਫਲ ਨਹੀਂ ਹੈ। ਹਉਮੈ ਭਗਤ ਕਰੇ ਸਭ ਕੋਏ, ਨਾ ਮਨ ਭੀਜੈ ਨਾ ਸੁਖ ਹੋਏ। ਈਵਨ ਜੇ ਸੇਵਾ ਵੀ ਹਉਮੈ 'ਚ ਕਰਦਾ ਹੈ ਉਹ ਵੀ ਲੇਖੇ 'ਚ ਨਹੀਂ ਪੈਂਦੀ। ਵਿੱਚ ਹਉਮੈ ਸੇਵਾ ਥਾਏ ਨਾ ਪਾਏ, ਜਨਮ ਮਰੈ ਫਿਰ ਆਵੇ ਜਾਏ, 84 ਬਣੀ ਰਹੂਗੀ। ਤੋ ਇਹ ਦੋਹੇ ਉੱਤਮ ਕਰਮ ਹੈ। ਹਾਲਾਂਕਿ ਤੋ ਸਿੱਖੀ ਦਾ ਕੋਈ ਵੀ ਕਰਮ, ਜਿਵੇਂ ਪਿੱਛੇ ਜੇ ਕਿਸੇ ਪ੍ਰਚਾਰਕ ਨੇ ਭੋਰਿਆਂ ਦੇ ਉੱਤੇ ਵੀ ਕੋਈ ਟਿੱਪਣੀ ਕਰੀ ਸੀਗੀ, ਉੱਥੇ ਵੀ ਅਸਲ 'ਚ ਗੱਲ ਇਸ ਤਰ੍ਹਾਂ ਨਹੀਂ ਹੈ ਜਿਵੇਂ ਉਹਨੇ ਕਿਹਾ ਹੈ। ਗੱਲ ਇਹ ਹੈ ਵੀ ਭੋਰਾ ਕੋਈ ਇਸ਼ੂ ਨਹੀਂ ਹੈ ਸਿੱਖੀ ਦੇ ਵਿੱਚ। ਭੋਰਾ ਹੋਣਾ ਨਾ ਹੋਣਾ ਇਹ ਉਸ ਸ਼ਖਸ ਜਿਹੜਾ ਉੱਥੇ ਅੰਦਰ ਬੈਠਾ ਹੈ ਉਹਦੀ ਭਾਵਨਾ 'ਤੇ ਡਿਪੈਂਡ ਕਰਦਾ ਵੀ ਉਹ ਚੰਗਾ ਕਰਮ ਹੈ ਕਿ ਮੰਦਾ ਕਰਮ ਹੈ। ਗੁਰੂ ਸਾਹਿਬ ਦਾ ਜਿਹੜਾ ਮਕਸਦ ਸੀ ਅੰਦਰ ਬੈਠਣ ਦਾ, ਮੱਛਰ ਮੱਖੀ ਤੋਂ ਪਾਸੇ ਏਕਾਂਤ ਸ਼ਾਂਤੀ ਦੇ ਵਿੱਚ ਬੈਠਣਾ, ਇਹ ਤਾਂ ਸਿੱਖੀ ਕਿਤੇ ਨਹੀਂ ਮਨਾ ਕਰਦੀ ਇਸ ਚੀਜ਼ ਤੋਂ। ਤਾਂ ਜੇ ਕੋਈ ਡੇਰੇਦਾਰ ਅੱਜ ਕੱਲ੍ਹ ਦਾ ਡੇਰਾ ਇੱਕਣ ਬਣਾ ਕੇ ਭੋਰਾ ਵਿੱਚ ਬੈਠੇ, ਬਾਹਰ ਉਹ
ਢੋਲ ਵਜਾਵੇ ਵੀ ਇੰਨੇ ਦਿਨ ਬਾਅਦ ਨਿਕਲਣਾ, ਚਲੀਹਾ ਕੱਟਣਾ ਹੈ, ਤਾਂ ਉਹ ਬੁਰੀ ਗੱਲ ਹੈ। ਉਹ ਤਾਂ ਹਉਮੈ 'ਚ ਸਾਰਾ ਕੁਝ ਹੁੰਦਾ। ਉਹ ਚੀਜ਼ ਨੂੰ ਗੁਰਬਾਣੀ ਨੇ ਮਾਨਤਾ ਨਹੀਂ ਦਿੱਤੀ। ਕਿਸੇ ਵੀ ਕਰਮ ਦੀ ਜਿਹੜੀ ਭਾਵਨਾ ਹੈ, ਤਾਂ ਇਤਿਹਾਸ ਹੈ ਬਣਿਆ ਹੋਇਆ ਉੱਥੇ ਦਾ ਬਾਬੇ ਬਕਾਲੇ ਦਾ, ਤਾਂ ਅਸੀਂ ਉਹਨੂੰ ਕਿਵੇਂ ਝੁਠਲਾ ਸਕਦੇ ਹਾਂ? ਤੇ ਕਿੱਥੇ ਲਿਖਿਆ ਵਾ ਸਿੱਖੀ ਦੇ ਵਿੱਚ ਵੀ ਭੋਰਾ ਇੱਕ ਬੁਰੀ ਗੱਲ ਹੈ? ਭੋਰਾ ਬੁਰੀ ਗੱਲ ਨਹੀਂ, ਭੋਰੇ ਦੇ ਵੀ ਜਿਹੜੀ ਭਾਵਨਾ ਹੈ, ਜਿਵੇਂ ਹੁਣ ਮਾਇਆ ਹੀ ਹੈ, ਮਾਇਆ ਨਾ ਚੰਗੀ ਹੈ ਨਾ ਮੰਦੀ ਹੈ। ਹਾਲਾਂਕਿ ਕਈ ਫਿਰਕੇ ਕਹਿੰਦੇ ਜੀ ਮਾਇਆ ਤਾਂ ਬਹੁਤ ਮਾੜੀ ਹੈ, ਨਾਗਣੀ ਹੈ, ਗੁਰਬਾਣੀ 'ਚ ਵੀ ਆਉਂਦੀ ਹੈ, ਇੱਕ ਇਸ ਤਰ੍ਹਾਂ ਦਾ ਵਿਚਾਰ ਆਉਂਦਾ। ਲੇਕਿਨ ਦੂਜਾ ਪਾਸਾ ਵੀ ਆਉਂਦਾ, ਗ੍ਰਹਿ ਸੋਭਾ ਜਾਂ ਕਹਿ ਰੇ ਨਾਹੇ ਆਵਤ ਪਈਆ ਖੁਦੇ ਜਾਹੇ, ਕਬੀਰ ਜੀ ਦਾ ਸ਼ਬਦ ਹੈ। ਜਿਹੜੇ ਘਰ 'ਚ ਗ੍ਰਹਿ ਦੀ ਘਰ ਦੀ ਸੋਭਾ ਯਾਨੀ ਮਾਇਆ ਨਹੀਂ ਹੈ, ਰਾਹੀ ਆਉਂਦਾ ਭੁੱਖਾ ਹੀ ਚਲੇ ਜਾਂਦਾ ਉੱਥੋਂ। ਤੇ ਜੇ ਉਹਦੇ ਕੋਲ ਸੰਪੰਨ ਹੋਊਗਾ, ਕੁਝ ਖਾਣ ਪੀਣ ਨੂੰ ਹੋਊਗਾ, ਮਾਇਆ ਹੋਊਗੀ, ਅੰਨ ਦਾਣਾ ਹੋਊਗਾ, ਤਾਂ ਉੱਥੋਂ ਰੱਜ ਕੇ ਜਾਊਗਾ। ਤਾਂ ਮਾਇਆ ਬੁਰੀ ਨਹੀਂ ਹੈ, ਮਾਇਆ ਦੀ ਵਰਤੋਂ ਚੰਗੀ ਮੰਦੀ ਹੁੰਦੀ ਹੈ। ਇਹ ਹੈ ਗੁਰਮਤਿ ਦਾ ਜਿਹੜਾ ਫਲਸਫਾ ਹੈ। ਅਸੀਂ ਇੱਕ ਪਾਸੜ ਹੋ ਕੇ ਸੋਚਦੇ ਹਾਂ, ਜਦ ਵੀ ਸੋਚਦੇ ਹਾਂ ਉਹ ਗੱਲ ਸਹੀ ਨਹੀਂ ਹੁੰਦੀ। ਗੁਰਮਤਿ ਨੂੰ ਸਮਝਣ ਖਾਤਰ ਸਮੁੱਚਾ ਦੋਹੇ ਪੱਖ ਸਾਹਮਣੇ ਰੱਖਣੇ ਪੈਂਦੇ। ਇਹੋ ਜਿਹੀਆਂ ਵਿਚਾਰਾਂ ਸਰੋਵਰਾਂ ਦੇ ਬਾਰੇ 'ਚ ਵੀ ਦੱਸ ਰਹੇ ਨੇ, ਸੁਣੀਆਂ ਬਈ ਜੀ ਇਕੱਲੇ ਸਰੋਵਰ 'ਚ ਨਹਾਏ ਤੇ ਕਿਆ ਆਊਗਾ। ਉਹ ਭਾਈ ਇਸ ਤਰ੍ਹਾਂ ਦੀ ਬਾਤ ਨਹੀਂ ਹੈ। ਸਰੋਵਰ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਸਰੋਵਰ ਹੈ। ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਬੰਦਾ ਪਵਿੱਤਰ ਹੁੰਦਾ ਹੈ, ਐਕਟਿਵ ਹੁੰਦਾ ਹੈ। ਅੰਦਰ ਹਰਿਮੰਦਰ ਸਾਹਿਬ ਦੇ ਵਿੱਚ ਬੈਠ ਕੇ ਜਾਂ ਬਾਹਰ, ਈਵਨ ਬਾਹਰ ਬੈਠ ਕੇ ਵੀ ਗੁਰਬਾਣੀ ਸੁਣਦੀ ਹੈ। ਗੁਰਬਾਣੀ ਸੁਣਨਾ, ਨਾਮ ਦਾ ਸੁਣਨਾ, ਇਹਦੇ ਨਾਲ ਜਿਹੜਾ ਸਾਡਾ ਮਨ ਹੈ ਉਹ ਪਵਿੱਤਰ ਹੁੰਦਾ ਹੈ, ਯਾਨੀ ਸਾਡਾ ਮਨ ਸਾਫ਼ ਹੁੰਦਾ ਹੈ। ਜਿਹੜੀ ਗੰਦਗੀ ਹੈ ਉਹ ਤੋਂ, ਗੰਦਗੀ ਹਉਮੈ ਦੀ ਹੈ ਮੇਨ ਤਾਂ, ਜਾਂ ਵਿਕਾਰਾਂ ਦੀ ਹੈ, ਇਹ ਲਹਿੰਦੀ ਹੈ ਬਾਣੀ ਦੇ ਨਾਲ, ਬਾਣੀ ਦੀ ਵਿਚਾਰ ਨਾਲ। ਤੋਂ ਜਦ ਅਸੀਂ ਸਰੋਵਰ ਵਿੱਚ ਜਾਵਾਂਗੇ, ਹੁਣ ਕਈ ਕਹਿ ਦਿੰਦੇ ਆ ਜੀ ਵੀ ਸਰੋਵਰ 'ਚ ਨਹਾਏ ਤੋਂ ਪਾਪ ਨਹੀਂ ਕੱਟਦੇ ਹੈ। ਸਿੱਖ ਜਗਤ ਵਿੱਚ ਇੱਕ ਤਬਕਾ ਐਸਾ ਹੈ ਕਾਫੀ, ਲੇਕਿਨ ਐਸੀ ਗੱਲ ਨਹੀਂ ਹੈ ਸਾਧ ਸੰਗਤ ਜੀ। ਇਹਨੂੰ ਬਰੀਕੀ ਨਾਲ ਦੇਖਣ ਵਾਲੀ ਬਾਤ ਹੈ। ਦੇਖੋ ਜਿਹੜਾ ਪਾਣੀ ਹੈ, ਕੋਈ ਵੀ ਪਾਣੀ, ਉਹ ਪ੍ਰਭਾਵ ਕਬੂਲਦਾ ਹੈ। ਜਿਹੜੇ ਪ੍ਰਵਚਨ ਹੁੰਦੇ ਉਹਦੇ ਕੋਲ ਇਹ ਚੀਜ਼ ਤਾਂ ਅੱਜ ਕੱਲ੍ਹ ਜਾਪਾਨ ਦਾ ਇੱਕ ਸਾਇੰਸਦਾਨ ਹੈ ਇਮੋਟੋ, ਉਹ ਇਮੋਟੋ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਸਾਰੀ ਦੁਨੀਆ 'ਚ ਫਿਰ ਕੇ, ਯੂਨੀਵਰਸਿਟੀਜ਼ ਵਿੱਚ ਔਰ ਬਾਕੀ ਸ਼ਹਿਰਾਂ ਦੇ ਵਿੱਚ ਜਾ ਕੇ, ਬਈ ਪਾਣੀ ਭਾਈ ਕੋਈ ਵੀ ਕਿਸੇ ਧਰਮ ਦਾ ਕੋਈ ਪ੍ਰਵਚਨ ਬੋਲੋ, ਗੁਰਬਾਣੀ ਦਾ ਬੋਲੋ, ਗੀਤਾ ਦਾ ਬੋਲੋ, ਕੋਈ ਬਾਈਬਲ ਦਾ ਬੋਲੋ, ਉਹ ਪਾਣੀ ਉਹਦਾ ਪ੍ਰਭਾਵ ਕਬੂਲਦਾ ਹੈ। ਔਰ ਉਹ ਪਤਾ ਕਿਵੇਂ ਲੱਗਦਾ ਹੈ? ਉਹਨੇ ਫਿਰ ਸਾਰੀ ਦੁਨੀਆ ਵਿੱਚ ਜਾ ਕੇ, ਯੂਰਪ ਵਿੱਚ, ਅਮਰੀਕਾ 'ਚ ਇਹ ਗੱਲ ਦਰਸਾਈ ਵੀ ਪਹਿਲਾਂ ਆਮ ਪਾਣੀ ਦੇ ਕ੍ਰਿਸਟਲ ਬਣਾ ਲਓ, ਤੇ ਜਿੱਥੇ ਕੋਈ ਪ੍ਰਵਚਨ ਬੋਲਿਆ ਜਾਂਦਾ ਹੈ ਗੁਰਬਾਣੀ ਦਾ ਜਾਂ ਕਿਸੇ ਵੀ ਧਰਮ ਦਾ, ਫਿਰ ਉਹ ਪਾਣੀ ਦੇ ਕ੍ਰਿਸਟਲ ਬਣਾ ਲਓ। ਦੋਹਾਂ ਦੇ ਵਿੱਚ ਦੇਅਰ ਇਜ਼ ਅ ਲੋਟ ਆਫ ਡਿਫਰੈਂਸ। ਜਿਹੜਾ ਤਾਂ ਸਾਦਾ ਪਾਣੀ ਹੈ ਉਹਦੇ ਤਾਂ ਕ੍ਰਿਸਟਲ ਬਣਦੇ ਨਹੀਂ, ਜਾਂ ਬੜੀ ਦੂਰ ਦੂਰ ਬਣਦੇ। ਕ੍ਰਿਸਟਲ ਮੀਨਸ ਜੇ ਕੋਈ ਚੀਨੀ ਦੇ ਦਾਣੇ ਹੁੰਦੇ ਇਸ ਤਰ੍ਹਾਂ ਆਮ ਭਾਸ਼ਾ 'ਚ। ਅਤੇ ਜਿੱਥੇ ਪ੍ਰਵਚਨ ਹੋਏ ਵੇ ਹੁੰਦੇ, ਉਹ ਜਿਹੜਾ ਬਣਦਾ ਹੈ ਕ੍ਰਿਸਟਲ, ਉਹ ਡਾਇਮੰਡ ਟਾਈਪ ਹੁੰਦੇ, ਬਹੁਤ ਖੂਬਸੂਰਤ, ਜਿਵੇਂ ਹੀਰੇ ਹੁੰਦੇ ਇਸ ਤਰ੍ਹਾਂ ਦੇ। ਤਾਂ ਉਹ ਕਿਸ ਚੀਜ਼ ਕਰਕੇ ਹੋਏ? ਉਹ ਪ੍ਰਭਾਵ ਹੈ ਜਿਹੜਾ ਆਪਾਂ ਬੋਲਦੇ ਹਾਂ ਕੋਈ ਪ੍ਰਵਚਨ। ਇਹਦੀ ਵਰਤੋਂ ਜਾਪਾਨ ਦੇ ਵਿੱਚ ਇੱਕ ਡੈਮ ਹੈ, ਉੱਥੇ ਵੀ ਹੋਈ। ਉਹ ਇਮੋਟੋ ਨੂੰ ਕਿਹਾ ਬਈ ਜੀ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਇਹ ਗੰਦਗੀ ਆ ਰਹੀ, ਬਦਬੂ ਆ ਰਹੀ ਹੈ। ਇਸ 50-60 ਮੀਲ ਦੀ ਸੀਗੀ ਝੀਲ ਉਹਦੀ, ਡੈਮ ਦੀ, ਬਈ ਇਹਨੂੰ ਕੁਝ ਬਣ ਸਕਦਾ? ਇਹਦੀ ਭਾਵ ਹੀ ਹੋਰੇ ਤਰ੍ਹਾਂ ਦੀ ਹੋ ਗਈ ਹੈ, ਨੀਲੀ ਨੀਲੀ ਜੀ, ਵੀ ਕੁਝ ਕਰ ਸਕਦੇ ਹੋ ਤੁਸੀਂ? ਉਹਨੇ ਫਿਰ ਇੱਕ ਬੁੱਧ ਧਰਮ ਦਾ ਉੱਥੇ ਕੋਈ ਵਿਦਵਾਨ ਬੁਲਾਇਆ, ਸਾਧੂ ਬੁਲਾਇਆ, ਉਹਨੇ ਪ੍ਰਵਚਨ ਕਹੇ ਉੱਥੇ ਖੜ੍ਹ ਕੇ, ਔਰ ਸਾਰੇ ਦੁਨੀਆ ਨੇ ਇਹ ਗੱਲ ਦੇਖੀ ਸੀਗੀ ਵੀ ਉਹ 10 ਕੁ ਦਿਨਾਂ ਵਿੱਚ ਉਹਦਾ ਪਾਣੀ ਸਾਫ਼ ਹੋ ਗਿਆ। ਅੱਛਾ ਜੀ। ਵਾਟ ਇਜ਼ ਦਿਸ? ਇਹ ਕਿਆ ਚੀਜ਼ ਹੈ? ਇਹ ਸਾਇੰਸ ਦੀ ਕਸਵੱਟੀ ਪਰ ਨਹੀਂ ਗੱਲਾਂ ਕਦੇ ਵੀ। ਜਿਹੜੀਆਂ ਸਬਜੈਕਟਿਵ ਚੀਜ਼ਾਂ ਹੈ ਜਾਂ ਪਰਮਾਤਮਾ ਦੇ ਨਾਲ ਮੁਤੱਲਕ ਰੱਖਦੀਆਂ ਚੀਜ਼ਾਂ ਹੈ, ਇਹ ਸਾਇੰਸ ਦੀ ਕਸਵੱਟੀ ਪਰ ਪੂਰੀਆਂ ਨਹੀਂ ਉਤਰ ਸਕਦੀਆਂ ਕਦੇ ਵੀ। ਸਾਇੰਸ ਤਾਂ ਫਿਜ਼ੀਕਲ ਚੀਜ਼ਾਂ ਹੈ ਜਿਹੜੀਆਂ ਦਿਖਦੀਆਂ ਆਪਾਂ ਨੂੰ, ਆਕਾਰ ਹੈ ਜਿਹਦਾ। ਇਹਨਾਂ ਚੀਜ਼ਾਂ ਦਾ ਤਾਂ ਕੋਈ ਆਕਾਰ ਨਹੀਂ ਹੁੰਦਾ। ਰੱਬ ਨੂੰ ਕੋਈ ਕਿੱਥੇ ਕਹੂਗਾ ਵੀ ਕਿੱਥੇ ਹੈ ਰੱਬ? ਰੱਬ ਦੀ ਕੋਈ ਹੋਂਦ ਕੋਈ ਸਾਬਤ ਕਰ ਸਕਦਾ ਸਾਇੰਸ ਦੇ ਹਿਸਾਬ ਨਾਲ? ਨਹੀਂ ਕਰ ਸਕਦਾ। ਹਾਲਾਂਕਿ ਹੋਰ ਚੀਜ਼ਾਂ ਨੂੰ ਸਾਬਤ ਕਰ ਸਕਦਾ। ਤਾਂ ਜਿਹੜੀਆਂ ਸਬਜੈਕਟਿਵ ਚੀਜ਼ਾਂ ਹੈ, ਅਸੀਂ ਉਹਨਾਂ ਦੇ ਉੱਤੇ ਆਬਜੈਕਟਿਵ ਚੀਜ਼ਾਂ ਦੇ ਕਾਨੂੰਨ, ਜਿਹੜੇ ਲਾਜ਼ ਹੈ, ਉਹ ਲਾਗੂ ਕਰਨਾ ਚਾਹੁੰਦੇ ਬੁੱਧੀ ਨਾਲ। ਇਹ ਚੀਜ਼ ਪੋਸੀਬਲ ਨਹੀਂ ਹੈ, ਨਾ ਇਸ ਤਰ੍ਹਾਂ ਹੋ ਸਕਦਾ। ਸਬਜੈਕਟਿਵ ਮਨ ਦੇ ਵਿੱਚ ਹੁੰਦੀਆਂ, ਆਬਜੈਕਟਿਵ ਬਾਹਰ ਜਿਹੜੀਆਂ ਆਪਾਂ ਦੇਖਦੇ ਹਾਂ, ਚੰਦ, ਤਾਰੇ, ਸੂਰਜ, ਪਸ਼ੂ, ਪੰਛੀ, ਧਰਤੀ, ਇਹ ਸਭ ਆਬਜੈਕਟਿਵ ਹੈ। ਇਹਨਾਂ ਦਾ ਆਕਾਰ ਵੀ ਹੈ, ਇਹਨਾਂ ਦੇ ਉੱਤੇ ਫਿਜ਼ਿਕਸ, ਕੈਮਿਸਟਰੀ ਦੇ ਨਿਯਮ ਵੀ ਲਾਗੂ ਹੁੰਦੇ। ਰੱਬ 'ਤੇ ਤਾਂ ਕੋਈ ਨਿਯਮ ਨਹੀਂ ਲਾਗੂ ਹੁੰਦਾ, ਉਹ ਤਾਂ ਆਕਾਰ 'ਚ ਹੈ ਹੀ ਨਹੀਂ ਹੈ, ਨਿਰਾਕਾਰ ਹੈ। ਔਰ ਉਹਦੇ ਪਰ ਦੁਨੀਆ ਦਾ, ਸਾਇੰਸ ਦਾ ਕੋਈ ਵੀ ਹੋਰ ਜਿਹੜਾ ਕੋਈ ਲਾਅ ਹੈ ਜਾਂ ਕਾਨੂੰਨ ਹੈ, ਉਹ ਨਹੀਂ ਲਾਗੂ ਹੁੰਦਾ। ਤੋ ਇਹ ਜਿਹੜੇ ਸਰੋਵਰ ਹੈ ਸਾਡੇ ਗੁਰਦੁਆਰੇ ਸਾਹਿਬਾਨਾਂ ਦੇ ਨਾਲ ਵੀ ਹੈ, ਹੋਰ ਧਰਮਾਂ ਦੇ ਵੀ ਹੈ, ਉੱਥੇ ਜਦ 21 ਘੰਟੇ ਗੁਰਬਾਣੀ ਪੜ੍ਹੀ ਜਾਂਦੀ ਹੈ, ਹਰਿਮੰਦਰ ਸਾਹਿਬ ਦੀ ਬਾਤ ਹੈ, ਅਤੇ ਉਹ ਸਰੋਵਰ ਨਹੀਂ ਕਬੂਲਦਾ ਪ੍ਰਭਾਵ ਨੂੰ? ਮਸਟ ਕਬੂਲਦਾ ਹੈ।
ਤੋ ਜਦ ਕਦੇ ਆਪਾਂ ਸੁਣਦੇ ਹਾਂ ਵੀ ਕੋਈ ਬੰਦਾ ਆਇਆ ਅਧਰੰਗ ਵਾਲਾ, ਉਹਦਾ ਅਧਰੰਗ ਠੀਕ ਹੋ ਗਿਆ, ਕੋਈ ਬੰਦਾ ਆਇਆ ਉਹਦੀਆਂ ਅੱਖਾਂ ਦੀ ਜੋਤ ਆ ਗਈ, ਇਹ ਹੁੰਦਾ ਤਾਂ ਇਹ ਕਦੇ ਕਦਾਈ ਹੈ, ਸਾਜੋ ਨਾਜ਼ਰ ਹੁੰਦਾ, ਇਹ ਰੋਜ਼ ਤਾਂ ਹੁੰਦਾ ਨਹੀਂ। ਤੇ ਰੋਜ਼ ਤਾਂ ਹੋਵੇ ਜੇ ਫਿਰ ਤਾਂ ਉਹ ਫਿਜ਼ੀਕਲ ਚੀਜ਼ ਹੋ ਗਈ। ਇਹ ਤਾਂ ਉਹਦੀ ਦਾਤਾਂ ਹੈ, ਉਹ ਵੰਡਦਾ ਜਦੋਂ ਕਿਸੇ ਦਾ ਫਾਇਦਾ ਕਰਨਾ ਨਹੀਂ ਕਰਨਾ ਉਹਦਾ ਡੋਮੇਨ ਹੈ, ਸਾਨੂੰ ਕੋਈ ਪਤਾ ਨਹੀਂ ਬੰਦੇ ਨੂੰ ਉਹਦੇ ਬਾਰੇ। ਬੰਦਾ ਵੀ ਕਿਸ ਮਨਸ਼ਾ ਦੇ ਨਾਲ ਉੱਥੇ ਆਇਆ ਨਾ ਜੀ। ਉਹ ਉੱਥੇ ਇੱਕ ਗੱਲ ਹੈ ਗੁਰਮਤਿ ਦੀ, ਬਈ ਪਰਮਾਤਮਾ ਅੰਦਰ ਹੀ ਬੈਠਾ ਬੰਦੇ ਦੇ, ਬਾਹਰ ਨਹੀਂ ਹੁੰਦਾ। ਹੁੰਦਾ ਬਾਹਰ ਵੀ, ਚਲੋ ਹੁੰਦਾ ਅੰਦਰ ਹੈ। ਉਹ ਉਦੋਂ ਆਉਂਦਾ ਹੈ, ਪ੍ਰਗਟ ਉਦੋਂ ਹੁੰਦਾ ਜਦੋਂ ਬੰਦੇ ਦੀ ਲਾਚਾਰਗੀ ਪ੍ਰਗਟ ਹੁੰਦੀ ਹੈ। ਜਦੋਂ ਜਿੰਨਾ ਚਿਰ ਬੰਦੇ ਨੂੰ ਇਹ ਹੈ ਵੀ ਮੇਰਾ MLA ਹੈਗਾ, ਮੇਰਾ ਮਿਨਿਸਟਰ ਹੈਗਾ, ਮੇਰੇ ਭਾਈ ਮੇਰੇ ਨਾਲ ਹੈ, ਮੈਂ ਇੰਨਾ ਪੜ੍ਹਿਆ ਹੋਇਆ ਵਿਦਵਾਨ ਹੈ, ਮੈਂ ਆਹ ਕਰ ਦੂੰ, ਮੈਂ ਉਹ ਕਰ ਦੂੰ, ਇਹ ਹਉਮੈ ਦਾ ਰੂਪ ਹੈ। ਉਹਨਾਂ ਚਿਰ ਰੱਬ ਅੰਦਰ ਤੇ ਪ੍ਰਗਟ ਹੁੰਦਾ ਹੀ ਨਹੀਂ ਬੰਦੇ ਦੇ। ਕਿੰਨੀਆਂ ਹੀ ਅਰਦਾਸਾਂ ਕਰ ਲਵੇ, ਜੋ ਮਰਜ਼ੀ ਕਰ ਲਵੇ, ਨਹੀਂ ਹੁੰਦਾ, ਕਿਉਂਕਿ ਉਹ ਤਾਂ ਅੰਤਰਜਾਮੀ, ਉਹਨੂੰ ਪਤਾ ਵੀ ਮੇਰੇ ਪਤਾ ਖੜਾ ਹੀ ਨਹੀਂ ਹੈ। ਜਿਸ ਦਿਨ ਦੋਏ ਹੱਥ ਬੰਦੇ ਦੇ ਖੜੇ ਹੋ ਗਏ ਬਈ ਮਹਾਰਾਜ ਮੇਰਾ ਹੁਣ ਕੋਈ ਨਹੀਂ ਹੈ, ਬਚਾ ਲੈ, ਅੰਦਰ ਤੋਂ ਹੀ ਪ੍ਰਗਟ ਹੋ ਜਾਂਦਾ। ਹੁਣ ਦੇਖੋ ਉਹ ਲੀਡਰ ਜਿੱਥੇ ਕੋਈ ਪੰਛੀ ਪਰਿੰਦਾ ਵੀ ਨਹੀਂ ਸੀ ਜਾ ਸਕਦਾ ਅੰਦਰ, ਇੰਨੀ ਸਿਕਿਉਰਿਟੀ ਦੇ ਵਿੱਚ ਸੀਗਾ, ਵਿੱਚ ਤੇ ਹੀ 2 ਸਿਕਿਉਰਿਟੀ ਗਾਰਡਾਂ ਨੂੰ ਬਲ ਦੇ ਦਿੱਤਾ ਭਾਈ ਸਤਵੰਤ ਸਿੰਘ ਉਹਨਾਂ ਨੂੰ। ਉਹ ਕਿਆ ਚੀਜ਼ ਸੀਗੀ? ਹਾਲਾਂਕਿ ਇੱਕ ਪ੍ਰਾਈਮ ਮਿਨਿਸਟਰ ਦੇ ਇੰਨਾ ਨੇੜੇ ਹੋਣਾ, ਕੁਝ ਵੀ ਕੰਮ ਕਰਾ ਸਕਦਾ ਬੰਦਾ। ਪ੍ਰਾਈਮ ਮਿਨਿਸਟਰ ਦਾ ਝਾੜੂ ਬਰਦਾਰ ਵੀ ਮਾਣ ਨਹੀਂ ਹੁੰਦਾ, ਕਿਉਂਕਿ ਪਾਵਰ ਦੇ ਕੋਲ ਰਹਿੰਦਾ ਉਹ ਹਰ ਵਕਤ। ਉਹਨਾਂ ਨੇ ਆਪਣਾ ਪਰਿਵਾਰ ਨਹੀਂ ਦੇਖਿਆ, ਆਪਣਾ ਆਪਾ ਨਹੀਂ ਦੇਖਿਆ, ਪਤਾ ਸੀ ਵੀ ਜੋ ਅਸੀਂ ਕਰਦੇ ਇਹਦਾ ਅੰਜਾਮ ਕਿਆ ਹੈ, ਫਿਰ ਵੀ ਕਰਿਆ। ਉਹ ਮਹਾਰਾਜ ਨੇ ਬਲ ਦਿੱਤਾ ਉਹਨਾਂ ਨੂੰ। ਤੋ ਪਰਮਾਤਮਾ ਜਿਹੜਾ ਹੈ ਉਹ ਚੀਜ਼ ਹੋਰ ਹੈ, ਅਸੀਂ ਉਹਨੂੰ ਫਿਜ਼ੀਕਲੀ ਸੋਚਦੇ ਹਾਂ, ਉਸ ਤਰ੍ਹਾਂ ਦੀ ਨਹੀਂ ਗੱਲ ਹੈ। ਜਿਹੜੇ ਸਾਡੇ ਕੁਝ ਨਵੇਂ ਵਿਦਵਾਨ ਨੇ ਨਾ, ਉਹ ਇਸ ਤਰ੍ਹਾਂ ਸੋਚਦੇ ਵੀ ਇਹ ਪਰਮਾਤਮਾ, ਕਈ ਤਾਂ ਕਹਿੰਦੇ ਜੀ ਹੈਈਓ ਨਹੀਂ ਹੈ, ਕਿੱਥੇ ਹੈ ਪਰਮਾਤਮਾ, ਐਂ ਵੀ ਸੁਣਿਆ ਦਾਸ ਨੇ ਗੱਲਾਂ ਕਰਦੇ। ਪਰ ਇਹ ਸਬਜੈਕਟਿਵ ਚੀਜ਼ਾਂ ਨੂੰ ਅਸੀਂ ਆਬਜੈਕਟਿਵ ਨਿਗਾਹ ਨਾਲ ਅਗਰ ਦੇਖਾਂਗੇ ਤਾਂ ਇਹ ਪੋਸੀਬਲ ਨਹੀਂ ਹੈ, ਪਹਿਲਾਂ ਵੀ ਨਹੀਂ ਸੀ, ਨਾ ਹੋਣਾ। ਜੇ ਸਾਡਾ ਐਂਗਲ ਬਦਲੂਗਾ ਸੋਚ ਦਾ, ਇਹ ਗੁਰਬਾਣੀ ਨੂੰ ਪੜ੍ਹ ਕੇ ਹੀ ਬਦਲ ਸਕਦਾ, ਅਦਰਵਾਈਜ਼ ਬੜਾ ਮੁਸ਼ਕਿਲ ਹੈ, ਸੰਗਤ 'ਚੋਂ ਬਦਲ ਸਕਦਾ। ਫਿਰ ਸਾਨੂੰ ਸਮਝ ਆਊਗੀ ਨਾ ਚੀਜ਼ਾਂ ਦੀ ਵੀ ਅਸੀਂ ਕਿੱਥੇ ਖੜੇ ਹਾਂ, ਕਾਹ ਵਾਸਤੇ ਆਏ ਹਾਂ, ਕਿਆ ਕਰਨਾ ਹੈ, ਨਹੀਂ ਕਰਨਾ ਹੈ, ਖਾਣਾ ਹੈ ਜਾਂ ਨਹੀਂ ਖਾਣਾ ਹੈ, ਸਰੋਵਰ ਪਵਿੱਤਰ ਹੈ ਨਹੀਂ ਹੈ, ਸਾਡੀ ਸੋਚ ਤਾਂ ਸਾਨੂੰ ਪਤਾ ਲੱਗੂਗਾ। ਤੋ ਸਰੋਵਰਾਂ ਦੇ ਵਿੱਚ ਜਿਹੜਾ ਜਲ ਹੈ ਉਹਦੇ 'ਚ ਨਹਾਏ ਤੇ ਹਰ ਇੱਕ ਦੇ ਨਹੀਂ ਕੱਟਣੇ ਪਾਪ, ਪਰ ਜਿਹਦੇ 'ਤੇ ਗੁਰੂ ਦੀ ਕਿਰਪਾ ਵਰਸਣੀ ਹੈ ਉਹ ਨਹਾ ਕੇ ਉਹਦੀ ਨਿਗਾਹ ਵੀ ਵਾਪਸ ਆ ਜਾਂਦੀ ਹੈ। ਆਹ ਕੁਛ ਹੁੰਦਾ ਵਰਤਾਰਾ। ਇਹ ਬਹੁਤ ਜਿਹੜਾ ਫਿਨੋਮੇਨਾ ਇਹ ਬਹੁਤ ਰੇਅਰ ਹੁੰਦਾ ਹੈ, ਕਿਉਂਕਿ ਪਰਮਾਤਮਾ ਨੇ ਤਾਂ ਆਪਣੇ ਅਸੂਲ ਬਣਾ ਦਿੱਤੇ ਹੋਏ ਨੇ, ਦਸਤੂਰ ਉਹਨਾਂ ਦੇ ਮੁਤਾਬਕ ਸੰਸਾਰ ਚੱਲ ਰਿਹਾ ਹੈ। ਲੇਕਿਨ ਉਹ ਜਿਹੜਾ ਉਹ ਜਿਕਣ ਵੀਟੋ ਪਾਵਰ ਹੁੰਦੀ ਹੈ ਕਈ ਦੇਸ਼ਾਂ ਕੋਲ, ਇਕਣਾ ਪਰਮਾਤਮਾ ਨੇ ਆਪਣੇ ਕੋਲ ਪਾਵਰ ਰੱਖੀ ਹੋਈ ਹੈ। ਉਹ ਪਾਵਰ ਉਹ ਜਦ ਮਰਜ਼ੀ ਵਰਤ ਸਕਦਾ ਹੈ, ਤਾਂ ਉਹਨੂੰ ਉਹਦੀ ਮਰਜ਼ੀ ਹੈ ਕਿੱਥੇ ਵਰਤਣੀ ਨਹੀਂ ਵਰਤਣੀ। ਉੱਥੇ ਇਹ ਨਹੀਂ ਕਹਿ ਸਕਦੇ ਵੀ ਫਿਰ ਪਰਮਾਤਮਾ ਪਾਰਸ਼ਲ ਹੈ ਜਾਂ ਕਿਸੇ ਨਾਲ ਕਿਸੇ ਦਾ ਚੰਗਾ ਕਿਉਂ ਕਰਿਆ, ਸਾਡਾ ਕੱਤ ਨਹੀਂ ਚੰਗਾ ਕਰਿਆ। ਇਹ ਤਾਂ ਸਾਡੀ ਬੁੱਧੀ ਦੀਆਂ ਕਲਪਨਾਵਾਂ ਹੈ, ਇਕਣ ਨਹੀਂ ਹੁੰਦਾ। ਇਹ ਉਹਦੀ ਮਰਜ਼ੀ ਹੈ, ਉਹ ਜਿਹਨੂੰ ਮਰਜ਼ੀ ਬਾਹਰ ਕੱਢ ਲਵੇ ਇਸ ਦਲਦਲ 'ਚੋਂ। ਗਨਕਾ ਨਹੀਂ ਕੱਢੀ, ਅਜਾਮਲ ਨਹੀਂ ਕੱਢਿਆ, ਸਾਰਾ ਸਿੱਖ ਜਗਤ ਪੜ੍ਹਦਾ ਬਾਣੀ 'ਚ। ਅਤੇ ਬਾਲਮੀਕ ਨਹੀਂ ਕੱਢਿਆ ਬਟਵਾਰਾ, ਰਸਤੇ ਲੁੱਟਣ ਵਾਲਾ, ਰਸਤਿਆਂ ਨੂੰ ਵੱਢਣ ਵਾਲਾ ਜਾਨਵਰਾਂ ਨੂੰ। ਤੋ ਜਦ ਇਹ ਸਾਰਾ ਕੁਝ ਉਹ ਕਰ ਸਕਦਾ ਹੈ, ਗੁਰਬਾਣੀ ਮੰਨਦੀ ਹੈ ਇਸ ਗੱਲ ਨੂੰ, ਸਿੱਖ ਦਾ ਵੀ ਫਰਜ਼ ਬਣਦਾ ਵੀ ਅਸੀਂ ਮੰਨੀਏ। ਜੇ ਉਹ ਚਾਹੇ ਤਾਂ ਕਿਆ ਕੁਝ ਨਹੀਂ ਹੋ ਸਕਦਾ, ਹੋ ਸਕਦਾ। ਐਵਰੀਥਿੰਗ ਇਜ਼ ਪੋਸੀਬਲ ਇਫ ਗੋਡ ਵਿਲਸ। ਜੇ ਉਹਦੀ ਇੱਛਾ ਹੈ ਕਰ ਸਕਦਾ ਹੈ, ਪਰ ਅਸੀਂ ਆਪਣੀ ਇੱਛਾ ਨੂੰ ਵਿੱਚ ਲਿਆ ਕੇ ਕਹਿ ਦਿੰਦੇ ਵੀ ਸਾਡੇ ਨਾਲ ਤਾਂ ਐਂ ਹੋਇਆ ਨਹੀਂ ਹੈ। ਉਹ ਭਾਈ ਸਾਡੇ ਨਾਲ ਨਹੀਂ ਹੋਇਆ, ਇਹਦਾ ਮਤਲਬ ਹੈ ਵੀ ਉਹ ਨਹੀਂ ਹੈ, ਉਹ ਤਾਂ ਹੈ। ਉਹ ਤਾਂ ਸਾਨੂੰ, ਉਹ ਤਾਂ ਸੁਪਰੀਮ ਅਥਾਰਟੀ ਹੈ ਸਾਰੇ ਵਰਲਡ ਦੀ। ਪ੍ਰੋਬਲਮ ਕਿਤੇ ਨਾ ਕਿਤੇ ਸਾਡੇ ਵਿੱਚ ਹੈ, ਕਿਤੇ ਨਾ ਕਿਤੇ ਸਮਵੇਅਰ ਸਾਡੇ ਅੰਦਰ ਵਿਗਾੜ ਹੈ, ਸਾਡੀ ਸੋਚ ਦਾ ਵਿਗਾੜ ਹੈ। ਜੇ ਸਾਡੀ ਸੋਚ ਸਹੀ ਹੋ ਗਈ, ਮੈਂ ਤਾਂ ਇਸ ਤਰ੍ਹਾਂ ਵੀ ਸੁਣਿਆ ਗੱਲਾਂ ਕਰਦੇ ਈਵਨ ਸਿੱਖਾਂ ਨੂੰ ਵੀ, ਇੱਕ ਦੋ ਨੂੰ, ਕਹਿੰਦੇ ਜੀ ਫਿਰ ਜੇ ਤੁਸੀਂ ਕਹਿੰਦੇ ਵੀ ਗੁਰੂ ਸਾਹਿਬ ਤਾਂ ਰੱਬ ਦਾ ਰੂਪ, ਤੇ ਵੀ ਉਹ ਤਵੀ ਪਰ ਕਿਉਂ ਬਿਠਾਏ ਗਏ? ਦੇਖੋ ਹੁਣ ਇਹੋ ਜਿਹੇ ਸਵਾਲ ਪੁੱਠੇ ਵੀ ਕਰਦੇ ਨੇ ਲੋਕ, ਪੁੱਠੀ ਮੱਤ ਹੈ ਉਹਨਾਂ ਦੀ। ਹੁਣ ਇਹ ਗੱਲ ਨੂੰ ਸਮਝਦੇ ਨਹੀਂ ਹੈ ਵੀ ਰੱਬ ਦਾ ਡੋਮੇਨ ਹੈ ਇਹ। ਜੇ ਰੱਬ ਨੂੰ ਏਕਣ ਪਾਉਂਦਾ, ਗੁਰੂ ਸਾਹਿਬ ਕਹਿੰਦੇ ਤੇਰਾ ਕੀ ਆ ਮਿੱਠਾ ਲੱਗ ਗਿਆ, ਸਾਨੂੰ ਇਹ ਵੀ ਠੀਕ ਹੈ ਕਿ ਕਰਾਮਾਤ ਉਹ ਵੀ ਵਰਤਾਉਣੀ ਜਾਣਦੇ ਸੀਗੇ। ਜੇ ਬਾਬਾ ਨਾਮਦੇਵ ਜੀ ਖਾਤਰ ਗਾਂ ਜਿਉਂਦੀ ਹੋਈ ਹੈ, ਪਿੱਛੇ ਐਪੀਸੋਡ 'ਚ ਆਪਾਂ ਗੱਲ ਕਰੀ ਸੀ, ਕਬੀਰ ਜੀ ਨੂੰ ਗੰਗਾ ਦੀਆਂ ਲਹਿਰਾਂ 'ਚੋਂ ਬਾਹਰ ਕੱਢਿਆ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮੇਰੇ ਗਸ਼ਾਲਾ ਪਰ ਬੈਠੇ ਕਬੀਰ। ਤਾਂ ਉੱਥੇ ਵੀ ਵਰਤ ਸਕਦਾ ਸੀਗਾ, ਲੇਕਿਨ ਗੁਰੂ ਸਾਹਿਬ ਹੁਕਮ ਵਿੱਚ ਰਹੇ ਟੋਟਲ ਵੀ ਨਹੀਂ। ਭਗਤ ਦਾ ਔਰ ਗੁਰੂ ਦਾ ਇਹੀ ਫਰਕ ਹੁੰਦਾ, ਇੱਕ ਜਿਹੜਾ ਦਾਸਰੇ ਨੂੰ ਸਮਝ ਆਈ ਹੈ। ਭਗਤ ਤਕਰੀਬਨ ਜਿੰਨੇ ਵੀ ਗੁਰਬਾਣੀ 'ਚ ਵੀ ਆਏ ਹੋਏ ਹੈ, ਉਹਨਾਂ ਸਾਰਿਆਂ ਨੇ ਭੀੜ ਪੈਣ 'ਤੇ ਪਰਮਾਤਮਾ ਨੂੰ ਯਾਦ ਕਰਿਆ ਹੈ। ਗੁਰੂ ਸਾਹਿਬ ਨੇ ਜਾਂ ਗੁਰੂ ਦੇ ਸਿੱਖਾਂ ਨੇ ਨਹੀਂ ਯਾਦ ਕਰਿਆ ਹੈ। ਉਹਨਾਂ ਨੇ ਕਿਹਾ ਵੀ ਜੋ ਤੇਰਾ ਹੁਕਮ ਹੈ ਸਾਨੂੰ, ਅਸੀਂ ਉਹਦੇ ਤੇਰੇ ਹੁਕਮ 'ਚ ਸਾਨੂੰ ਉਹ ਚੰਗਾ ਲੱਗਦਾ ਹੈ। ਆਰਾ ਚਲਾ, ਚਾਹੇ ਹਾਥੀਆਂ ਨਾਲ ਪੜਵਾ, ਚਾਹੇ ਗਰਦਨ ਕਟਾ,
ਇਹ ਤੇਰੀ ਰਜ਼ਾ ਸੀ, ਤੇਰੀ ਰਜ਼ਾ ਵਿੱਚ ਹੈ। ਭਗਤ ਨੇ, ਕਿਉਂਕਿ ਭਗਤ ਵੀ ਬਹੁਤ ਉੱਚਾ ਹੁੰਦਾ, ਚੌਥੇ ਪਦ 'ਚ ਹੁੰਦਾ ਤੇ ਗੁਰੂ ਸਾਹਿਬਾਨ ਪਰਮ ਪਦ 'ਚ ਹੁੰਦੇ। ਥੋੜਾ ਜਿਹਾ ਅੰਤਰ ਇਹ ਹੈ, ਬਾਕੀ ਬਹੁਤਾ ਅੰਤਰ ਨਹੀਂ ਹੈ, ਕਿਉਂਕਿ ਦੋਹਾਂ ਦੀ ਬਹੁਤ ਵਡਿਆਈ ਗੁਰਬਾਣੀ ਨੇ ਗਾਈ ਹੈ। ਭਗਤਾਂ ਨੂੰ ਵੀ ਇਸੇ ਕਰਕੇ ਮਾਨਤਾ ਦਿੱਤੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਉਹਨਾਂ ਦੀ ਅਵਸਥਾ ਵੀ ਬਹੁਤ ਉੱਚੀ ਹੁੰਦੀ, ਚੌਥੇ ਪਦ ਵਾਲੀ ਹੁੰਦੀ ਹੈ। ਦੇਵੀ ਦੇਵਤਿਆਂ ਦੀ ਨਹੀਂ ਹੁੰਦੀ ਇਹ ਅਵਸਥਾ, ਇਹ ਭਗਤਾਂ ਦੀ ਹੁੰਦੀ ਹੈ। ਤੋ ਭਗਤਾਂ ਦਾ ਔਰ ਗੁਰੂ ਦਾ ਇਹ ਅੰਤਰ ਜ਼ਰੂਰ ਹੈ। ਭਾਈ ਗੁਰਦਾਸ ਜੀ ਨੇ ਲਿਖੀ ਹੈ ਇਹ ਗੱਲ, ਬਈ ਜਿਹੜੇ ਵੀ ਭਗਤ ਹੈ ਉਹ ਤਾਂ ਕਰਕੇ ਜਣਾਉਣ ਲੱਗ ਪੈਂਦੇ ਹੈ, ਗੁਰੂ ਔਰ ਗੁਰੂ ਦੇ ਸਿੱਖ ਕਦੇ ਵੀ ਜਣਾਉਂਦੇ ਨਹੀਂ ਹੈ। ਗੁਰਸਿੱਖਾਂ ਦੀ ਇਹੀ ਵਡਿਆਈ ਹੈ ਵੀ ਇਹ ਸਮਾ ਲੈਂਦੇ ਸਭ ਚੀਜ਼ ਨੂੰ, ਬਸ ਤੇਰਾ ਕਰਕੇ ਮਿੱਠਾ ਕਰਕੇ ਹੀ ਜਾਣ ਲੈਂਦੇ। ਇਹ ਭਾਈ ਗੁਰਦਾਸ ਜੀ ਨੇ ਬਾਤ ਕਹੀ ਹੋਈ ਹੈ ਵੀ ਗੁਰਸਿੱਖਾਂ ਦੀ ਅਵਸਥਾ ਭਗਤਾਂ ਨਾਲੋਂ ਵੀ ਉੱਚੀ ਹੁੰਦੀ ਹੈ। ਐਵੇਂ ਨਹੀਂ ਸੀਸ ਦੇ ਉੱਤੇ ਆਰੇ ਝੱਲ ਗਏ, ਉਹ ਕਰਨ ਉਹ ਵੀ ਸਭ ਕੁਝ ਜਾਣਦੇ ਸੀ, ਨਹੀਂ ਕਰਿਆ ਬਸ ਤੇਰਾ ਹੁਕਮ ਹੈ। ਇਹ ਅਵਸਥਾ ਦੀ ਬਾਤ ਹੈ। ਸੋ ਗੱਲ ਆਪਾਂ ਸ਼ੁਰੂਆਤ ਜਿਹੜੀ ਮਾਸ ਖਾਨ ਤੋਂ ਕੀਤੀ ਸੀ, ਪਰ ਵਿੱਚ ਇਹ ਗੱਲਾਂ ਜ਼ਰੂਰੀ ਸੀਗੀਆਂ ਕਿਉਂਕਿ ਮਨਸ਼ਾ ਦੇ ਨਾਲ ਸਾਡੀ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੇ, ਹਾਂ ਨਾ ਜੀ। ਤੇ ਡਾਕਟਰੀ ਦੇ ਆਧਾਰ ਤੇ ਆਪਾਂ ਦੇਖੀਏ ਜੀ ਵੀ ਡਾਕਟਰੀ ਕੀ ਕਹਿੰਦੀ ਹੈ ਜੀ? ਹਾਂ, ਮੈਂ ਤੁਹਾਡੀ ਗੱਲ ਯਾਦ ਰੱਖਿਓ, ਵਿੱਚ ਇਹਦੇ ਤਾਂ ਰਹਿੰਦੀ ਹੈ ਗੱਲ, ਫਿਰ ਗੱਲ ਹੋਰ ਪਾਸੇ ਵੱਧ ਗਈ। ਜੀ ਜੀ। ਮਾਸ ਖਾਣ ਬਾਰੇ ਗੁਰਬਾਣੀ 'ਚ ਕਿਆ ਫਰਮਾਨ ਹੈ ਜੀ? ਜੋ ਸਭ ਮੈਂ ਏਕ ਖੁਦਾਏ ਕਹਿਤ ਹੋ ਤੋ ਕਿਉਂ ਮੁਰਗੀ ਮਾਰੇ। ਜੀ। ਮੁਸਲਮਾਨ ਨੂੰ ਕਿਹਾ ਬਈ ਬੰਦੇ, ਜੇ ਤੂੰ ਸਭ 'ਚ ਕਹਿਣਾ ਵੀ ਖੁਦਾ ਹੈਗਾ, ਮੌਲਵੀ ਤੂੰ ਆਪ ਕਹਿਣਾ, ਫਿਰ ਮੁਰਗੀ ਕਿਉਂ ਵੜਦਾ ਜੀ? ਜਾਂ ਕਬੀਰ ਜੀ ਦਾ ਇੱਕ ਹੋਰ ਆਉਂਦਾ ਇੱਕ ਜਗ੍ਹਾ, ਕਬੀਰ ਭੰਗ ਮਛਲੀ ਸੁਰਾ ਪਾਨ ਜੋ ਜੋ ਪ੍ਰਾਨੀ ਖਾਹੈਂ ਤੀਰਥ ਵਰਤ ਨੇਮ ਕੀਏ ਤੇ ਸਭੇ ਰਸਾਤਲ ਜਾਹੇ। ਤੀਰਥ ਕਰੀ ਜਾਵੇ, ਕੋਈ ਵਰਤ ਰੱਖੀ ਜਾਵੇ, ਕੋਈ ਕੁਛ ਵੀ ਕਰੇ ਧਾਰਮਿਕ ਕਰਮ ਧਰਮ, ਅਗਰ ਉਹ ਭੰਗ ਮਛਲੀ ਔਰ ਸੁਰਾ ਪਾਨ ਯਾਨੀ ਸ਼ਰਾਬ ਵਗੈਰਾ ਵਰਤਦਾ ਹੈ ਤਾਂ ਉਹਦਾ ਕਰਿਆ ਕਰਾਇਆ ਵਿਅਰਥ ਚਲੇ ਜਾਂਦਾ। ਰਸਾਤਲ ਯਾਨੀ ਨਰਕ ਨੂੰ ਹੇਠਾਂ ਚਲੇ ਜਾਂਦਾ, ਵਿਅਰਥ ਹੋ ਜਾਂਦਾ, ਮਤਲਬ ਯੂਜ਼ਲੈਸ। ਤੋ ਇਹ ਗੁਰਮਤਿ ਦਾ ਜਿਹੜਾ ਫਲਸਫਾ ਹੈ, ਕਈ ਲੋਕ ਕਹਿੰਦੇ ਨੇ ਵੀ ਜੇ ਬਾਬਾ ਨਾਨਕ ਜੀ ਕਹਿ ਰਹੇ ਹੈ ਵੀ ਕੌਣ ਮਾਸ ਕੌਣ ਸਾਗ ਕਹਾਵੇ, ਉਹ ਭਾਈ ਠੀਕ ਹੈ, ਉਹ ਸ਼ਬਦ ਕਿਸੇ ਪ੍ਰਸੰਗ ਵਿੱਚ ਕਿਸੇ ਨੂੰ ਸੁਣਾਇਆ ਗਿਆ, ਉਹ ਪੰਡਤ ਨੂੰ ਸੁਣਾਇਆ ਗਿਆ, ਸਾਹਮਣੇ ਪੰਡਤ ਸੀਗਾ ਉੱਥੇ। ਗੁਰਬਾਣੀ ਹਮੇਸ਼ਾ ਜਿੱਥੇ ਵੀ ਗੁਰਬਾਣੀ ਦਾ ਉਚਾਰਨ ਹੋਇਆ, ਸਾਹਮਣੇ ਵਾਲੇ ਬੰਦੇ ਦੀ ਮਨੋਦਸ਼ਾ ਦੇਖ ਕੇ ਹੋਇਆ। ਸੱਜਣ ਠੱਕ ਹੋ ਗਏ ਹੈ ਤਾਂ ਉਸ ਤਰ੍ਹਾਂ ਦੀ ਉਹਦੀ ਮਨੋਦਸ਼ਾ ਦੇਖ ਕੇ ਉਚਾਰਨ ਕਰਿਆ। ਹੋਰ ਕਿਤੇ ਵੀ ਜਗ੍ਹਾ ਜਿਹੜਾ ਗੁਰਬਾਣੀ ਦਾ ਉਚਾਰਨ ਹੈ ਉਹ ਸਮੇਂ ਸਥਾਨ ਦੇ ਮੁਤਾਬਕ ਉਹ ਸੱਚ ਕਿਹਾ ਗਿਆ ਹੈ, ਤਾਂ ਉਹਨੂੰ ਅਸੀਂ ਦੂਜੇ ਪਾਸੇ ਨਹੀਂ ਲਾ ਸਕਦੇ, ਕਿਉਂਕਿ ਜੇ ਆਊਟ ਆਫ ਪ੍ਰਸੰਗ ਜਾਵਾਂਗੇ ਫਿਰ ਸਾਨੂੰ ਗੁਰਬਾਣੀ ਦੀ ਸਮਝ ਨਹੀਂ ਆਉਣੀ ਹੈ। ਇਹਨੂੰ ਆਪਾਂ ਇਸ ਤਰੀਕੇ ਨਾਲ ਵੀ ਐਕਸਪਲੇਨ ਕਰ ਸਕਦੇ ਹਾਂ। ਦੇਖੋ, ਜਿਹੜਾ ਮੀਟ ਜਾਂ ਮਾਸ ਦਾ ਖਾਣਾ ਜਾਂ ਨਾ ਖਾਣਾ ਹੈ, ਗੁਰਬਾਣੀ ਦੀ ਇੱਕ ਹੋਰ ਪੰਕਤੀ ਆਪ ਜੀ ਦੇ ਸਾਹਮਣੇ ਰੱਖਦਾ। ਰਸ ਸੋਇਨਾ ਰਸ ਰੂਪਾ ਕਾਮਣ ਜੀ, ਰਸ ਪਰਮਲ ਕੀ ਬਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮਿੱਠਾ ਰਸ ਮਾਸ। ਇਹ 9 ਰਸ ਗੁਰੂ ਨਾਨਕ ਪਾਤਸ਼ਾਹ ਨੇ ਕਹੇ ਹੈ, ਸਰੀਰ ਦੇ ਵਿੱਚ ਹੈ। ਇਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ। ਇੰਨੇ ਰਸ ਸਾਡੇ ਅੰਦਰ ਹੈ, ਨਾਮ ਕਿੱਥੇ ਟਿਕੂਗਾ? ਗੁਰੂ ਨਾਨਕ ਸਾਹਿਬ ਦਾ ਸਵਾਲ ਹੈ। ਤੋ ਮਤਲਬ ਕਹਿਣ ਦਾ ਇਹ ਹੈ ਵੀ ਜਿੰਨੀਆਂ ਵੀ ਇਹ ਚੀਜ਼ਾਂ ਆਪਾਂ ਖਾਂਦੇ ਪੀਂਦੇ ਹੈ, ਇਹਨਾਂ ਨੂੰ ਰਸ ਨਹੀਂ ਬਣਾਉਣਾ। ਹੁਣ ਸੋਚਣਾ ਹੈ, ਜੇ ਲੋੜ ਪੈਂਦੀ ਹੈ ਆਪਣੇ ਪੁੱਤ ਧੀ ਨੂੰ ਆਪਾਂ ਬਣਾਉਂਦੇ ਹਾਂ, ਸਾਰਿਆਂ ਘਰਾਂ 'ਚ ਹੁੰਦਾ ਹੈ, ਲੇਕਿਨ ਜੇ ਆਪਾਂ ਉਹਨੂੰ ਪਾ ਕੇ ਉਹਦਾ ਐਗਜ਼ੀਬਿਸ਼ਨ ਕਰੂੰਗੇ, ਬਈ ਮੇਰੇ ਕੋਲ ਗਲੇ ਵਿੱਚ ਹਾਰ ਵੀ ਪਾਇਆ ਵਾ, ਕਾਂਠਾ ਪਾਇਆ ਵਾ, ਜਾਂ ਕੜਾ ਮੁੰਦੀ ਪਾਈਆਂ, ਹੰਕਾਰ ਨੂੰ ਵਧਾਉਂਦੀ ਜਿਹੜੀ ਚੀਜ਼, ਉਹ ਈਗੋ ਹੈ। ਐਗਜ਼ੀਬਿਸ਼ਨ ਮਾੜੀ ਹੈ, ਸੋਨਾ ਮਾੜਾ ਨਹੀਂ ਹੈ। ਐਸੇ ਤਰੀਕੇ ਨਾਲ ਰੂਪਾ ਕਾਮਣ ਔਰਤ ਦੀ ਗੱਲ ਹੈ, ਔਰਤ ਮਾੜੀ ਨਹੀਂ ਹੈ। ਜਿਵੇਂ ਜਿਹੜੇ ਸਾਡੇ ਪਹਿਲਾਂ ਹੋਏ ਕੰਨ ਪਾਟੇ, ਉਹ ਕਹਿੰਦੇ ਸੀਗੇ ਵੀ ਔਰਤ ਬਾਗਣ ਹੈ, ਦਾਮ ਕਾਢ ਬਾਗਣ ਲੈ ਆਇਆ, ਮਾਊ ਕਹੇ ਮੇਰਾ ਪੂਤਾ ਵਿਆਇਆ। ਇਹ ਗੋਰਖਨਾਥ ਵਰਗੇ, ਇਹਨਾਂ ਨੇ ਔਰਤ ਨੂੰ ਬੜਾ ਨਿੰਦਿਆ ਸੀਗਾ। ਟੋਰ ਗਵਾਰ ਸ਼ੂਦਰ ਨਾਰੀ ਚਾਰੇ ਤਾੜਨ ਦੇ ਅਧਿਕਾਰੀ। ਉਹ ਤੁਲਸੀ ਨੇ ਵੀ ਇਹੀ ਗੱਲ ਕਹੀ। ਕਿੱਸਾ ਸਾਹਿਤ ਵਿੱਚ ਵੀ ਨਾਰੀ ਨੂੰ ਬਹੁਤ ਨਿੰਦਿਆ ਗਿਆ। ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਨਹੀਂ, ਨਾਰੀ ਤੋਂ ਤਾਂ ਸਭ ਰਾਜੇ ਜੰਮਦੇ, ਮਹਾਪੁਰਸ਼ ਜੰਮਦੇ, ਸੋ ਕਿਉਂ ਮੰਦਾ ਆਖੀਏ। ਸਤੀ ਕਰਤੀ ਜਾਂਦੀ ਸੀ ਉਦੋਂ ਤਾਂ। ਹਾਂ ਬਿਲਕੁਲ ਜੀ, ਵੀ ਨਾਰੀ ਮਾੜੀ ਨਹੀਂ ਭਾਈ, ਨਾਰੀ ਦੀ ਵਰਤੋਂ ਮਾੜੀ ਹੋ ਸਕਦੀ ਹੈ। ਜੇ ਹੁਣ ਤੁਸੀਂ ਇੱਕ ਨਾਰੀ ਪਰ ਨਹੀਂ ਸਬਰ ਕਰਦੇ, ਜਾਂ ਇੱਕ ਨਾਰੀ ਇੱਕ ਪੁਰਸ਼ ਪਰ ਨਹੀਂ ਸਬਰ ਕਰਦੀ, ਤਾਂ ਫਿਰ ਵਿਵਚਾਰ ਪੈਦਾ ਹੋਊਗਾ, ਉਹ ਬੁਰੀ ਗੱਲ ਹੈ। ਸਦਾਚਾਰ ਰਹਿਣਾ ਹੀ ਨਹੀਂ ਹੈ, ਔਰ ਮਨ ਫੇਰ ਨਹੀਂ ਭਟਕਣਾ। ਜੇ 1 ਲੱਖ ਇਸਤਰੀਆਂ ਦਾ ਭੋਗ ਵੀ ਕਰ ਲਵੇ, ਗੁਰਬਾਣੀ ਦਾ ਬਚਨ ਹੈ, ਤਾਂ ਵੀ ਸ਼ਾਂਤੀ ਨਹੀਂ ਆਉਣੀ ਹੈ, ਮਨ ਹੋਰ ਭਟਕੀ ਜਾਣਾ। ਜੇ ਆਉਣੀ ਹੈ ਤਾਂ ਇੱਕ ਪਰ ਵੀ ਸਬਰ ਹੋ ਜਾਣਾ, ਸ਼ਾਂਤੀ ਆ ਜਾਣੀ ਹੈ। ਤਾਂ ਉਹ ਗੁਰਬਾਣੀ ਦਾ ਮਤ ਇਹ ਹੈ ਬਈ ਇਹ ਜਿਹੜੇ ਰਸ ਹੈ ਸਰੀਰ ਦੇ, ਮਿੱਠਾ ਵੀ ਰਸ ਹੈ। ਕਈ ਕਹਿੰਦੇ ਜੀ ਨਹੀਂ ਅਸੀਂ ਤਾਂ ਮਿੱਠਾ ਹੀ ਖਾਣਾ ਹੈ, ਮਿਰਚ ਮਸਾਲਾ ਨਹੀਂ ਖਾਣਾ। ਉਹ ਭਾਈ ਗੁਰਬਾਣੀ ਤਾਂ ਮਿੱਠੇ ਨੂੰ ਵੀ ਰਸ ਕਹਿ ਰਹੀ ਹੈ। ਹੱਦ ਤੋਂ ਜਦ ਵੱਧ ਖਾਵਾਂਗੇ ਤਾਂ ਮਿੱਠਾ ਵੀ ਖਰਾਬ ਹੈ, ਹੱਦ ਤੋਂ ਵੱਧ ਘਿਓ ਵੀ ਖਰਾਬ ਹੈ, ਹਾਲਾਂਕਿ ਚੰਗੀ ਚੀਜ਼ ਹੈ ਘਿਓ। ਜੇ ਉਹਨੂੰ ਰਸ ਬਣਾ ਲਿਆ ਅਸੀਂ
ਰਸ ਹਮੇਸ਼ਾ ਹਰ ਇੱਕ ਚੀਜ਼ ਮਾੜੀ ਹੈ। ਘੋੜੇ ਜੇ ਘੋੜਾ ਕਿਸੇ ਨੇ ਸੈਰ ਸਪਾਟੇ ਖਾਤਰ ਰੱਖਿਆ ਹੋਇਆ ਹੈ, ਕੋਈ ਇਤਰਾਜ਼ ਨਹੀਂ ਹੈ, ਮੰਗੇ ਵੀ ਹੈ ਘੋੜੇ, ਧੰਨਾ ਭਗਤ ਨੇ ਮੰਗਿਆ ਹੋਇਆ ਘੋੜੀ ਚੰਗੀ ਸੁੰਦਰ। ਜੇ ਘੋੜੇ ਨੂੰ ਅਸੀਂ ਫਿਰ ਜਿਵੇਂ ਦੁਰਯੋਧਨ ਨੂੰ ਹੰਕਾਰ ਹੋ ਗਿਆ ਸੀ ਹਾਥੀਆਂ ਨੂੰ ਦੇਖ ਕੇ ਵੀ ਗਵਾਲੇ ਨੇ ਆਉਣਾ, ਮੈਨੂੰ ਉਹਨੂੰ ਨਮਸਕਾਰ ਕਰਨੀ ਪਊ, ਕ੍ਰਿਸ਼ਨ ਜੀ ਆਏ ਸੀ ਨਾ, ਉਹ ਤਾਂ ਹੀ ਨਹੀਂ ਉੱਥੇ ਗਏ, ਉਹਦੇ ਮਨ ਦਾ ਹੰਕਾਰ ਪੜ ਲਿਆ, ਉਹ ਬਿਦਰ ਦੇ ਘਰ ਠਹਿਰੇ ਜਾ ਕੇ ਗਰੀਬ ਦੇ। ਤੋ ਜੇ ਅਸੀਂ ਉਹਨਾਂ ਨੂੰ ਐਗਜ਼ੀਬਿਸ਼ਨ ਘੋੜਿਆਂ ਦੀ ਲਾਵਾਂਗੇ, ਹਾਥੀਆਂ ਦੇ ਵੀ ਹਉਮੈ 'ਚ ਲਿਜਾਵਾਂਗੇ, ਫਿਰ ਉਹ ਬੁਰੀ ਗੱਲ ਹੈ। ਘੋੜਾ ਮਾੜਾ ਨਹੀਂ ਹੈ, ਪੈਸਾ ਮਾੜਾ ਨਹੀਂ ਹੈ, ਦੌਲਤ ਵੀ ਮਾੜੀ ਨਹੀਂ ਹੈ। ਦੌਲਤ ਤਾਂ ਬਹੁਤ ਵਧੀਆ ਚੀਜ਼ ਹੈ, ਗੁਰਸਿੱਖਾਂ ਦੇ ਘਰ 'ਚ ਹੁੰਦੀ, ਹੱਥੀਂ ਕਮਾਉਂਦੇ ਔਰ ਆਇਆਂ ਗਿਆ ਵਿਆਗਤਾਂ ਦੀ ਸੇਵਾ ਕਰਦੇ ਆ, ਉਹਦੇ ਨਾਲ ਉਹ ਪਵਿੱਤਰ ਹੋ ਜਾਂਦੀ ਹੈ। ਇਸ ਕਰਕੇ ਰਸ ਨਹੀਂ ਬਣਾਉਣਾ ਕਿਸੇ ਵੀ ਚੀਜ਼ ਨੂੰ ਭਾਈ। ਮਾਸ ਦਾ ਵੀ ਇਸ ਤਰ੍ਹਾਂ ਹੀ ਹੈ, ਰਸ ਮਿੱਠਾ, ਰਸ ਮਾਸ। ਜੇ ਮਾਸ ਨੂੰ ਰਸ ਬਣਾਉਂਗੇ ਰੋਜ਼ ਵੀ, ਸਾਡੀ ਤਾਂ ਜੀਭ ਮੰਗਦੀ ਉਹ ਮੀਟ ਹੈ ਰੋਜ਼ ਖਾਣ ਨੂੰ, ਮਾਸ ਮੰਗਦੀ ਹੈ, ਉਹ ਬੁਰੀ ਗੱਲ ਹੈ। ਅਤੇ ਜੇ ਮਜਬੂਰੀ ਬਸ ਕਿਤੇ ਖਾਣਾ ਵੀ ਪੈ ਗਿਆ ਤਾਂ ਕੋਈ ਪਾਪ ਵੀ ਨਹੀਂ ਜੁੜਿਆ ਹੋਇਆ। ਗੁਰਮਤਿ ਦਾ ਫਲਸਫਾ ਤਾਂ ਇਹ। ਹਾਂ, ਕਿਸੇ ਜੀਵ ਨੂੰ ਜਾਣ ਕੇ ਬੁੱਝ ਕੇ ਅਸੀਂ ਕਤਲ ਕਰਕੇ ਉਹਨੂੰ ਖਾਈਏ ਜਾਂ ਉਹਨੂੰ ਕਤਲ ਕਰਨ ਵਿੱਚ ਸਹਾਈ ਹੋਈਏ, ਜੇ ਅਸੀਂ ਖਾਂਦੇ ਹਾਂ ਤਾਂ ਹੀ ਵੱਢੂਗਾ ਅਗਲਾ ਵੱਢਦਾ, ਉਹ ਚੰਗੀ ਗੱਲ ਨਹੀਂ ਹੈ। ਗੁਰਮਤਿ ਅਨੁਸਾਰ ਉਹ ਠੀਕ ਨਹੀਂ ਹੈ। ਔਰ ਮੈਂ ਤਾਂ ਦਾਸਰੇ ਨੇ ਇਹ ਵੀ ਦੇਖਿਆ ਹੈ, ਸੁਣਿਆ, ਦੇਰ ਦੀ ਗੱਲ ਹੈ, ਚੰਦਗੀ ਰਾਮ ਹੁੰਦਾ ਸੀ ਮਾਸਟਰ ਚੰਦਗੀ ਰਾਮ, ਹਰਿਆਣੇ ਦਾ ਪਹਿਲਵਾਨ। ਉਹ ਹਿੰਦ ਕੇਸਰੀ ਸੀਗਾ, ਉਹ ਬਿਲਕੁਲ ਵੈਜੀਟੇਰੀਅਨ ਸੀ, ਉਹਨੇ ਕਦੇ ਮੀਟ ਨਹੀਂ ਸੀ ਖਾਧਾ, ਉਹਦੀ ਹਿਸਟਰੀ ਵੀ ਅਖਬਾਰਾਂ 'ਚ ਆਉਂਦੀ ਰਹੀ ਹੈ। ਉਹ ਸਾਰਿਆਂ ਨੂੰ ਢਾਹ ਲੈਂਦਾ ਸੀਗਾ, ਅਤੇ ਫਿਰ ਮੀਟ ਵਿੱਚ ਕੁਛ ਜ਼ਿਆਦਾ ਹੈ ਉਹ ਪਦਾਰਥ ਹੈ ਖਾਣ ਵਾਲਾ ਨਹੀਂ ਹੈ, ਸਾਇੰਸ ਦੇ ਮੁਤਾਬਕ ਵੀ ਨਹੀਂ ਹੈ। ਜੇ ਡਾਕਟਰ ਹੋਣ ਦੇ ਨਾਤੇ ਮੈਂ ਆਪ ਜੀ ਨਾਲ ਬਾਤ ਕਰਾਂ, ਕਿਉਂਕਿ ਇਹ ਗੱਲ ਸਾਰਿਆਂ ਧਰਮਾਂ ਵਾਸਤੇ ਜਾਣੀ ਹੈ, ਡਾਕਟਰ ਹੋਣ ਦੇ ਨਾਤੇ। ਕਿਉਂਕਿ ਲੋਕ ਤਾਂ ਇਹੀ ਕਹਿੰਦੇ ਆ ਵੀ ਫਲ ਤੋੜ ਲਿਆ ਜੀ, ਉਹਦੇ ਵਿੱਚ ਵੀ ਸੰਜੀਵ ਚੀਜ਼ ਆ ਵੀ ਸਾਰੀਆਂ ਕਹਿੰਦੇ ਜੀ। ਹੁਣ ਜਿਹੜਾ ਆਪਾਂ ਗੱਲ ਕਰਦੇ ਹਾਂ ਬਈ ਜਿਹੜਾ ਮੀਟ ਹੈ ਜਾਂ ਮਾਸ ਹੈ, ਇਹ ਮਾਸ ਫਲਾਂ ਵਿੱਚ ਵੀ ਹੈ, ਫਲ ਵੀ ਲਿਕੁਇਡ ਮਾਸ ਕਹਿੰਦੇ ਇਹਨੂੰ ਵੀ ਲੋਕ, ਹੈ ਵੀ ਠੀਕ ਹੈ ਗੱਲ, ਕੋਈ ਗਲਤ ਵੀ ਨਹੀਂ ਹੈ। ਜਿਵੇਂ ਸੂਰਜ ਹੈ ਜਿਹੜਾ, ਸਾਰੀ ਦੁਨੀਆ ਜਿਹੜੀ ਹੈ ਉਹ ਸੂਰਜ ਹੈ, ਕਿਉਂਕਿ ਸੂਰਜ ਦੀ ਰੋਸ਼ਨੀ ਨਾਲ ਇਹ ਜਿਉਂਦਾ ਨਹੀਂ, ਕੁਝ ਵੀ ਜਿੰਦਾ ਨਹੀਂ ਹੈ ਇੱਥੇ। ਇੱਕਣੇ ਮੀਟ ਹੈ ਜਿਹੜਾ ਜੋ ਵੀ ਆਪਾਂ ਖਾਂਦੇ ਲਿਕੁਇਡ ਮਾਸ ਹੈ ਜਾਂ ਲਿਕੁਇਡ ਮੀਟ ਕਹਿ ਲਓ ਚਾਹੇ, ਲੇਕਿਨ ਇਹਨੂੰ ਆਪਾਂ ਨੇ ਇੱਕ ਸਾਇੰਟੀਫਿਕ ਵੇ ਨਾਲ ਐਕਸਪਲੇਨ ਕਰਨਾ, ਜਿੱਥੋਂ ਸਭ ਨੂੰ ਤਸੱਲੀ ਹੋ ਜਾਊਗੀ ਵੀ ਵਾਕਈ ਅਸਲ 'ਚ ਗੱਲ ਕਿੱਥੇ ਸਟੈਂਡ ਕਰਦੀ ਹੈ ਜੀ। ਹੁਣ ਦੇਖੋ ਥਲੀ ਸਾਹਿਬ, ਇੱਕ SQ ਹੁੰਦਾ ਹੈ। ਅੱਛਾ ਜੀ। SQ ਦਾ ਮਤਲਬ ਹੁੰਦਾ ਸੈਂਸ਼ੈਂਟ ਕੋਸ਼ੈਂਟ। ਜਿਵੇਂ IQ ਹੁੰਦਾ ਹੈ ਜੀ, ਇੰਟੈਲੀਜੈਂਸ ਕੋਸ਼ੈਂਟ, EQ ਹੁੰਦਾ ਇਮੋਸ਼ਨਲ ਕੋਸ਼ੈਂਟ, ਐਸੇ ਤਰੀਕੇ ਨਾਲ ਇੱਕ SQ ਹੁੰਦਾ ਹੈ ਸੈਂਸ਼ੈਂਟ ਕੋਸ਼ੈਂਟ। ਉਹਦਾ ਮਤਲਬ ਇਹ ਹੁੰਦਾ ਹੈ ਬਈ ਕੋਈ ਬੰਦਾ ਕਿਸੇ ਸਟਿਮੂਲਸ ਨੂੰ, ਕਿਸੇ ਵੀ ਬਾਹਰ ਦੇ ਪ੍ਰਭਾਵ ਨੂੰ ਕਿੰਨਾ ਕਬੂਲਦਾ ਹੈ, ਫੀਲਿੰਗ ਪਾਵਰ ਕਿੰਨੀ ਹੈ ਉਹਦੀ। ਹੁਣ ਦੇਖੋ, ਜੇ ਆਪਣੀ ਗਰਦਨ 'ਤੇ ਕੋਈ ਤਲਵਾਰ ਲਈ ਖੜਾ ਹੋਵੇ ਜੀ, ਤਾਂ ਆਪਣੇ ਅੰਦਰ ਕਿਆ ਫੀਲਿੰਗ ਆਊਗੀ ਮਨੁੱਖ ਦੇ ਅੰਦਰ, ਆਪਾਂ ਮਹਿਸੂਸ ਕਰ ਸਕਦੇ ਹਾਂ। ਇੱਕ ਜਾਨਵਰ ਦੇ ਅੰਦਰ ਕਿਆ ਆਉਂਦੀ ਹੋਊਗੀ, ਕਿੰਨੀ ਕੁ ਆਉਂਦੀ ਹੋਊਗੀ, ਉਹ ਵੀ ਆਪਾਂ ਮਹਿਸੂਸ ਕਰ ਸਕਦੇ ਹਾਂ। ਇੱਕ ਗਰਾਸ ਹੈ, ਸਾਗ ਹੈ, ਘਾਹ ਫੂਸ ਖਾਂਦੇ, ਫਲ ਖਾਂਦੇ, ਉਹਨਾਂ ਦੇ ਅੰਦਰ ਕਿੰਨੀ ਆਉਂਦੀ ਹੋਊਗੀ, ਉਹ ਵੀ ਆਪਾਂ ਜਾਣ ਸਕਦੇ ਹਾਂ। ਇਹਨੂੰ ਆਪਾਂ ਸਾਇੰਟੀਫਿਕ ਵੇ ਨਾਲ ਐਕਸਪਲੇਨ ਕਰਨਾ ਹੈ। ਦੇਖੋ SQ ਜਿਹੜਾ ਹੈ, ਉਹਦੇ ਮੁਤਾਬਕ ਜੋ ਸਾਇੰਸ ਨੇ ਫਾਰਮੂਲਾ ਕੱਢਿਆ ਸਾਇੰਸਦਾਨਾਂ ਨੇ, ਉਹ -70 ਤੋਂ ਲੈ ਕੇ +50 ਤੱਕ ਹੋ ਸਕਦਾ। ਉਹ ਕਿਸੇ ਦੀ ਫੀਲਿੰਗ ਪਾਵਰ ਕਿੰਨੀ ਹੈ ਜੀ। ਦੁਨੀਆ ਦੀ ਹਰ ਇੱਕ ਜਿੰਦੀ ਚੀਜ਼ ਹੈ, ਜਿੰਨੀਆਂ ਵੀ ਲਿਵਿੰਗ ਥਿੰਗਸ ਹੈ। ਜਿਹੜਾ ਤਾਂ ਘਾਹ ਵਗੈਰਾ ਹੈ, ਜਿਵੇਂ ਸਰੋਂ ਦਾ ਸਾਗ ਹੈ ਜਾਂ ਕੁਝ ਵੀ ਆਪਾਂ ਖਾਂਦੇ, ਫਲ ਵੀ ਹੈ ਵਿੱਚ ਆਉਂਦੇ, ਉਹ ਮਾਈਨਸ ਵਿੱਚ ਫੀਲਿੰਗ ਪਾਵਰ ਹੈ ਉਹਨਾਂ ਦੀ, ਯਾਨੀ 0 ਤੋਂ ਵੀ ਹੇਠ ਫੀਲਿੰਗ ਪਾਵਰ ਹੈ, ਬਹੁਤ ਘੱਟ ਹੈ, ਨੈਗਲੀਜੀਬਲ ਕਹਿ ਲਓ। ਜਿਹੜੇ ਜਾਨਵਰ ਹੈ, ਭੇਡੂ ਹੋ ਗਏ, ਬੱਕਰੇ ਹੋ ਗਏ, ਮੁਰਗੇ ਹੋ ਗਏ, ਇਹਨਾਂ ਦੀ ਕਿਸੇ ਦੀ 3, 4, 5 ਇਸ ਤਰ੍ਹਾਂ ਹੈ। ਅਤੇ ਜਿਹੜਾ ਮਨੁੱਖ ਹੈ ਉਹਦੀ ਪਾਵਰ ਹੈਗੀ 13 ਔਰ ਸਭ ਤੋਂ ਵੱਧ ਫੀਲਿੰਗ ਪਾਵਰ ਮਨੁੱਖ ਦੀ ਹੈ। SQ ਮਨੁੱਖ ਦਾ ਵੱਧ ਹੈ, ਇਸ ਦੇ ਉੱਪਰ ਅਜੇ ਖੋਜਿਆ ਨਹੀਂ ਗਿਆ ਹੈ। ਖੋਜਿਆ ਇਸ ਕਰਕੇ ਨਹੀਂ ਗਿਆ, ਇਹਦੇ ਬਾਰੇ ਵੀ ਸਾਇੰਸ ਨੂੰ ਪਤਾ ਇਸ ਗੱਲ ਦਾ ਵੀ ਜਦੋਂ ਮੈਂਡਲੀਫ ਦਾ ਟੇਬਲ ਨਿਕਲਿਆ ਸੀ ਨਾ, ਰਸ਼ੀਅਨ ਸਾਇੰਸਦਾਨ ਨੇ ਕੈਮਿਸਟਰੀ ਦੇ ਤੱਤਾਂ ਦਾ ਅਟੋਮਿਕ ਵੇਟ ਔਰ ਅਟੋਮਿਕ ਨੰਬਰ ਦੇ ਹਿਸਾਬ ਨਾਲ ਨੰਬਰਿੰਗ ਕਰੀ ਸੀ ਵੀ ਕਿੰਨੇ ਐਲੀਮੈਂਟ ਹੈ ਦੁਨੀਆ 'ਚ, ਉਹਦਾ ਇਕੱਲੇ ਦਾ ਕਿੰਨਾ ਨੰਬਰ ਹੈ, 1 2 3 ਇਸ ਤਰ੍ਹਾਂ ਗਿਣਤੀ ਕਰਤੀ ਸੀ ਉਹਨੇ। ਜਿਨ੍ਹਾਂ ਦਾ ਉਸ ਟਾਈਮ ਨਹੀਂ ਪਤਾ ਸੀ ਉਹਨੇ ਖਾਲੀ ਛੱਡ ਦਿੱਤੇ। ਉਹ ਜਿਵੇਂ 82 ਵਾਲੇ ਦਾ ਪਤਾ ਹੈ, 84 ਵਾਲੇ ਦਾ ਪਤਾ, 83 ਦਾ ਉਹਨੇ ਖਾਲੀ ਛੱਡਤਾ ਸੀ। ਉਹ ਹੁਣ ਸਾਰੇ ਸਾਇੰਸਦਾਨਾਂ ਨੇ ਭਰ ਲਏ, ਸਾਰੇ ਐਲੀਮੈਂਟ ਬਣ ਗਏ, ਕੁਛ ਨਵੇਂ ਬਣਾ ਲਏ, ਕੁਛ ਕੁਦਰਤੀ ਪਤਾ ਲੱਗ ਗਿਆ, ਫਾਈਂਡ ਆਊਟ ਕਰ ਲਏ। ਕਿਉਂਕਿ ਜਿਹੜੇ ਅਟੋਮਿਕ ਐਲੀਮੈਂਟਸ ਹੁੰਦੇ ਉਹ
ਆਈਟਮ ਜਦੋਂ ਚੇਂਜ ਹੁੰਦੀ ਹੈ ਨਾ ਉਹਦੇ ਨਾਲ ਐਟੋਮਿਕ weight ਔਰ ਨੰਬਰ ਚੇਂਜ ਹੋ ਜਾਂਦੇ ਆ। ਇਹ ਵੀ ਨਵੀਂ ਖੋਜ ਹੈ, ਉਦੋਂ ਨਹੀਂ ਸੀ ਇਹ ਹੋਈ, ਇਹ ਤਾਂ ਆਇਨਸਟਾਈਨ ਤੋਂ ਬਾਅਦ ਦੀਆਂ ਬਾਤਾਂ ਜੀ। ਉਸੇ ਹਿਸਾਬ ਨਾਲ ਜਿਹੜਾ SQ ਹੁਣ ਖਾਲੀ ਹੈ, ਸਾਨੂੰ ਲੱਗਦਾ ਵੀ ਸਾਡਾ ਫਾਰਮੂਲਾ ਕਹਿੰਦਾ ਵੀ ਪਲੱਸ 50 ਤੱਕ ਹੋ ਸਕਦਾ ਹੈ, ਮਨੁੱਖ ਦੀ 13 ਹੈ ਵੱਧ ਤੋਂ ਵੱਧ, ਇਸ ਤੋਂ ਉੱਪਰ ਹਜੇ ਪਤਾ ਨਹੀਂ ਜੀ। ਸਾਇੰਸਦਾਨ ਇਹ ਖਿਆਲ ਕਰਦੇ ਆ ਵੀ ਸ਼ਾਇਦ ਜਿਹੜੀਆਂ ਕੋਈ ਆਊਟਰ ਜਨਰੇਸ਼ਨਸ ਹੈ ਦੂਜਿਆਂ ਗ੍ਰਹਿਆਂ ਉੱਪਰ ਉੱਤੇ ਵੀ ਕੋਈ ਉਸ ਜਨਰੇਸ਼ਨ ਦਾ ਹੋ ਸਕਦਾ, ਹਜੇ ਕਿਆ ਪਤਾ ਮਹਾਰਾਜ ਦੀ ਦੁਨੀਆ 'ਚ ਕਿਆ ਕੁਛ ਹੈ, ਕਿੱਥੇ ਕਿੱਥੇ ਲੋਕ ਬੈਠੇ ਹੋਣ ਸਕਦੇ, ਕੋਈ ਪਤਾ ਥੋੜ੍ਹੀ ਹੈ, ਅਜੇ ਸਾਇੰਸ ਨੂੰ ਵੀ ਨਹੀਂ ਪਤਾ। ਜਾਣੀ ਗੁਰਬਾਣੀਕਾਰਾਂ ਨੇ ਤਾਂ ਇਹ ਕਹਿ ਦਿੱਤਾ ਵੀ ਅੰਤ ਹੀ ਨਹੀਂ ਹੈ, ਕਰੋੜਾਂ ਹੀ ਬ੍ਰਹਿਮੰਡ ਹੈ, ਖੰਡ ਹੈ, ਕੋਈ ਪਤਾ ਹੀ ਨਹੀਂ ਕਿਸੇ ਨੂੰ। ਤਾਂ ਹੋ ਸਕਦਾ ਪੋਸੀਬਲੀ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਵੀ ਨਿਕਲਿਆ ਹੋਵੇ ਕਿਸੇ ਦਾ। ਜਾਣੀ ਫਿਲਹਾਲ 13 ਪਰ ਖੜੀ ਹੈ ਸੂਈ ਵੀ ਮਨੁੱਖ ਦੀ ਫੀਲਿੰਗ ਪਾਵਰ SQ ਸਭ ਤੋਂ ਵੱਧ ਹੈ। ਤਾਂ ਅਗਰ ਮਨੁੱਖ ਨੂੰ ਕੋਈ ਕੱਟਦਾ ਹੈ, ਆਪਾਂ ਕਿਆਸ ਕਰ ਸਕਦੇ ਹਾਂ ਵੀ ਅੰਦਰ ਕਿਆ ਫੀਲਿੰਗ ਆਉਂਦੀ ਹੋ, ਜਾਂ ਜਿਆਦਾ ਜੇ ਤਲਵਾਰ ਉੱਪਰੇ ਹੋਵੇ, ਕੱਟੇ ਤੋਂ ਬਾਅਦ ਤਾਂ ਚਲੋ ਖਤਮ ਹੋ ਗਿਆ ਗੱਲ, ਪਰ ਪਹਿਲਾਂ ਜੋ ਆਪਾਂ ਸੋਚਦੇ ਕਰਦੇ ਹਾਂ ਉਹ ਆਪਾਂ ਨੂੰ ਪਤਾ ਹੈ, ਮਨੁੱਖ ਸਮਝ ਸਕਦਾ ਇਹ ਗੱਲ। ਜੇ ਆਪਾਂ ਜਾਨਵਰਾਂ ਨੂੰ ਕੱਟਦੇ ਹਾਂ ਉਹਨਾਂ ਦੀ ਫੀਲਿੰਗ ਪਾਵਰ 3 4 5 ਹੈ ਕਿਸੇ ਦੀ, ਉਹ ਮਨੁੱਖ ਨਾਲੋਂ ਕਿਤੇ ਘੱਟ ਹੈ। ਤੇ ਜੇ ਸਾਗ ਦੀਆਂ ਗੰਦਲਾਂ ਤੋੜਦੇ ਹਾਂ ਜਾਂ ਕੋਈ ਘਾਹ ਪੱਟਦੇ ਹਾਂ ਆਪਾਂ ਖੇਤਾਂ 'ਚੋਂ, ਕਣਕ ਨੂੰ ਵੱਢਦੇ ਹਾਂ ਹਰੀ ਨੂੰ ਹੈ ਜਾਂ ਕੋਈ ਵੀ ਫਸਲ 'ਚ ਹੈ, ਉਹਦੀ ਪਾਵਰ ਮਾਈਨਸ ਵਿੱਚ ਚਲੇ ਜਾਂਦੀ ਹੈ, -1 -2 -3 ਇੱਕਣ ਨਾ ਮਾਤਰ ਹੋ ਗਈ, ਨਾ ਮਾਤਰ ਨੈਗਲੀਜੀਬਲ ਜੀ। ਤਾਂ ਹੁਣ ਖਾਣੇ ਖਾਤਰ ਕੁਛ ਤਾਂ ਕੁਦਰਤ ਨੇ ਬਣਾਇਆ ਵੀ ਹੈ ਵੀ ਸਾਨੂੰ ਖਾਣਾ ਵੀ ਹੈਗਾ ਜੀਵਨ ਖਾਤਰ, ਤੋਂ ਬਜਾਏ ਅਸੀਂ ਉੱਪਰਲੀਆਂ ਵੱਧ ਫੀਲ ਕਰਨ ਵਾਲੀਆਂ ਚੀਜ਼ਾਂ ਨੂੰ ਖਾਈਏ, ਉਹਦੀ ਬਜਾਏ ਅਸੀਂ ਕਿਉਂ ਨਾ ਛੋਟੀਆਂ ਨੂੰ ਖਾਈਏ। ਸ਼ਾਇਦ ਤਾਂ ਹੀ ਉਹ ਕੁਦਰਤ ਨੇ ਰੂਲ ਬਣਾਇਆ ਇਸੇ ਕਰਕੇ ਕੁਦਰਤ ਨੇ ਔਰ ਗੁਰੂ ਨਾਨਕ ਪਾਤਸ਼ਾਹ ਉਹਨਾਂ ਸਾਰਿਆਂ ਭਗਤਾਂ ਨੇ ਇਹੀ ਗੱਲ ਕਹੀ ਹੈ ਵੀ ਜਿਹੜੀਆਂ ਚੀਜ਼ਾਂ ਨੂੰ ਘੱਟ ਤਕਲੀਫ ਹੁੰਦੀ ਹੈ, ਭਾਵੇਂ ਉਹਨਾਂ ਦੇ ਸਾਹਮਣੇ ਸਾਇੰਸ ਦੇ ਅਸੂਲ ਨਹੀਂ ਸੀ ਉਸ ਟਾਈਮ, ਪਰ ਉਹਨਾਂ ਦੀ ਜਿਹੜੀ ਇੰਟਿਊਸ਼ਨ ਹੈ, ਅੰਦਰਲੀ ਪਾਵਰ ਹੈ, ਉਹਦੇ ਮੁਤਾਬਕ ਹੀ ਇਹ ਗੱਲ ਸਹੀ ਬੈਠਦੀ ਹੈ ਵੀ ਭਾਈ ਸਾਗ ਸਬਜ਼ੀ ਖਾਓ, ਕੋਈ ਜਿਹੜੀ ਮਨੁੱਖ ਦੇ ਜਿਵੇਂ ਸਾਡੇ ਜਵਾੜੇ ਦੀ ਬਣਤਰ ਹੈ ਉਹਦੇ ਮੁਤਾਬਕ ਖਾਓ। ਹੁਣ ਜਾਨਵਰ ਹੈ ਜਿਹੜੇ ਜੀਆਂ ਕਾ ਆਹਾਰ ਜੀ, ਪਾਣੀ 'ਚ ਵੀ ਜੀਵ ਹੈ, ਬੜੀਆਂ ਮੱਛੀਆਂ ਛੋਟੀਆਂ ਨੂੰ ਖਾਂਦੀਆਂ, ਜੰਗਲ ਦੇ ਵਿੱਚ ਬਾਘ ਔਰ ਸ਼ੇਰ ਛੋਟੇ ਜਾਨਵਰਾਂ ਨੂੰ ਮਾਰ ਕੇ ਖਾਂਦੇ, ਉਹਨਾਂ ਦੇ ਜਵਾੜੇ ਦੀ ਬਣਤਰ ਇਸ ਤਰੀਕੇ ਨਾਲ ਟੀਰਿੰਗ ਟੀਥ ਜੁਦੇ ਹੈ, ਕਿਨਾਈਨ ਜੁਦੇ ਹੈ, ਅਤੇ ਉਹ ਪਾੜ ਕੇ ਆਪਣਾ ਕੱਚਾ ਹੀ ਮੀਟ ਫਲੈਸ਼ ਕਹਿੰਦੇ ਜਿਹਨੂੰ ਉਹ ਖਾ ਜਾਂਦੇ, ਉਹਨਾਂ ਨੂੰ ਕੁਦਰਤ ਵੱਲੋਂ ਇਸ ਤਰ੍ਹਾਂ ਹੀ ਹੈ। ਸਾਡੇ ਵਾਸਤੇ ਤਾਂ ਸਾਡੀ ਤਾਂ ਬਣਤਰੇ ਨਹੀਂ ਹੈ ਮੀਟ ਖਾਣ ਦੀ, ਤਾਂ ਅਸੀਂ ਤਾਂ ਜ਼ਬਰਦਸਤੀ ਕਰਦੇ ਹਾਂ, ਜੀਭ ਦੇ ਸਵਾਦ ਖਾਤਰ ਕਰਦੇ ਹਾਂ। ਜਿਹੜੇ ਖਾਂਦੇ ਵੀ ਐਂ ਤਾਂ 2/3 ਦੁਨੀਆ ਖਾਂਦੀ ਹੈ, ਭਾਰਤ ਨੂੰ ਛੱਡ ਕੇ ਬਾਕੀ ਸਾਰੇ ਖਾਂਦੇ ਹੀ ਹੈ। ਉਹ ਭਾਈ ਖਾਣ ਐਂ ਤਾਂ ਜਿਹੜੀ ਮਦਰ ਟਰੀਜ਼ਾ ਸੀਗੀ ਨੋਬਲ ਪ੍ਰਾਈਜ਼ ਵਿਨਰ ਹੈ, ਉਹ ਸਲਮ ਏਰੀਆ ਜਿੰਨੇ ਵੀ ਕਲਕੱਤਾ ਵਗੈਰਾ ਜਾਂ ਦੁਨੀਆ ਦੇ ਵਿੱਚ ਉਹਨੇ ਬੜੀ ਸੇਵਾ ਵੀ ਕਰੀ ਹੈ, ਉਹ ਮੀਟ ਖਾਂਦੀ ਸੀਗੀ। ਹੁਣ ਇਹ ਜਿਹੜਾ ਮੀਟ ਖਾਣਾ ਗੁਰਮਤ ਦੇ ਹਿਸਾਬ ਨਾਲ ਤਾਂ ਠੀਕ ਨਹੀਂ ਹੈ, ਕਿਉਂਕਿ ਜਿਹੜਾ ਬੰਦੇ ਨੂੰ ਲੋੜ ਹੀ ਨਹੀਂ ਹੈ ਉਹ ਫਿਰ ਉਹਨੂੰ ਵਰਤੇ, ਰਸ ਬਣਾ ਕੇ ਵਰਤੇ, ਉਹ ਬਿਲਕੁਲ ਅਲਾਉਡ ਨਹੀਂ ਹੈ। ਰਸ ਨਹੀਂ ਬਣਾਉਣਾ ਹੈ, ਕਿਤੇ ਮਜਬੂਰੀ ਬਸ ਖਾਣਾ ਵੀ ਪੈ ਗਿਆ ਤਾਂ ਐਂ ਵੀ ਨਹੀਂ ਹਾਏ ਰੱਬਾ ਮੇਰੇ 'ਤੇ ਮੈਂ ਪਾਪੀ ਬਣ ਗਿਆ, ਐਕਣ ਦੀ ਗੱਲ ਵੀ ਹੈ ਨਹੀਂ ਕਰਨਾ ਚਾਹੀਦਾ ਐਕਣ ਵੀ। ਤੋ ਜਿਹੋ ਜਿਹਾ ਸਮਾਂ ਜਿੱਥੇ ਦਾ ਹੈ ਜਿਵੇਂ ਵੀ ਹੈ ਠੀਕ ਹੈ ਉਸ ਤਰ੍ਹਾਂ ਚੱਲਦਾ ਹੈ। ਤੋ ਇਹ ਹੈ ਮੀਟ ਦਾ ਜਿਹੜਾ ਖਾਣ ਦਾ ਪ੍ਰਸੰਗ ਹੈ ਗੁਰਬਾਣੀ ਵਿੱਚ ਆਉਂਦਾ ਹੈ ਜਾਂ ਸਾਇੰਸ ਦੇ ਮੁਤਾਬਕ ਐਕਸਪਲੇਨ ਕਰੀਏ। ਬੁੱਧੀ ਛੋਟੀ ਹੈ, ਗੁਰਮਤ ਗੁਰਬਾਣੀ ਬਹੁਤ ਉੱਚੀ ਔਰ ਬਹੁਤ ਬੜੀ ਹੈ, ਉਹ ਸਭ ਫਲਸਫੇ ਨੂੰ ਸਮਝਣਾ ਸਾਡੇ ਵਾਸ ਦੀ ਗੱਲ ਨਹੀਂ। ਜਿੰਨੀ ਕੁ ਸਮਝ ਦਿੱਤੀ ਹੈ ਦਾਤੇ ਨੇ ਉਨੀ ਕੁ ਆਪ ਜੀ ਨਾਲ ਗੱਲ ਕਰੀਏ, ਕਿੰਨੀ ਸਹੀ ਹੈ ਕਿੰਨੀ ਨਹੀਂ ਸਹੀ ਹੈ ਇਹ ਤੁਸੀਂ ਸੰਗਤ ਜੀ ਆਪ ਫੈਸਲਾ ਕਰ ਲਿਓ, ਪਰ ਜੋ ਸਮਝ ਆਈ ਹੈ ਉਹ ਆਪ ਜੀ ਨਾਲ ਡਿਸਕਸ਼ਨ ਕਰੀਏ। ਬਹੁਤ ਖੂਬ। ਸੋ ਉਮੀਦ ਤਾਂ ਹੀ ਕਰਦੇ ਹਾਂ ਕਿ ਤੁਹਾਡੇ ਸਮਝ ਜ਼ਰੂਰ ਆਈ ਹੋਏਗੀ, ਕਿਉਂਕਿ ਜਿੱਥੇ ਗੁਰਬਾਣੀ ਦੇ ਨਾਲ ਸਾਇੰਸ ਦਾ ਵੀ ਇਹਨਾਂ ਨੇ ਦੱਸੀ ਹੈਗੀ ਗੱਲ, ਕਿਉਂਕਿ ਸਾਇੰਸ ਬਾਰੇ ਤਾਂ ਜੋ ਗੱਲਾਂ ਹੁਣ ਖੋਜੀਆਂ ਜਾ ਰਹੀਆਂ ਨੇ ਉਹ ਗੁਰਬਾਣੀ ਬਹੁਤ ਸਮਾਂ ਪਹਿਲਾਂ ਕਹਿ ਚੁੱਕੀ ਹੈ। ਸੋ ਡਾਕਟਰ ਸਾਹਿਬ ਦੀਆਂ ਇਹ ਗੱਲਾਂ ਤੁਹਾਨੂੰ ਜ਼ਰੂਰ ਜਿਹੜੀਆਂ ਚੰਗੀਆਂ ਲੱਗੀਆਂ ਹੋਏਗੀਆਂ। ਕੋਈ ਵੀ ਤੁਹਾਡਾ ਪ੍ਰਸ਼ਨ ਜਿਹੜਾ ਮੇਰੇ ਤੋਂ ਨਹੀਂ ਪੁੱਛਿਆ ਗਿਆ ਹੋਵੇ ਜਾਂ ਫਿਰ ਡਾਕਟਰ ਸਾਹਿਬ ਨਹੀਂ ਦੱਸ ਪਾਏ ਹੋਣ, ਉਹ ਅਸੀਂ ਨਾਲ ਜਿਹੜਾ ਡਾਕਟਰ ਸਾਹਿਬ ਦਾ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਨੰਬਰ ਇਸ ਵਾਰ ਵੀ ਛੱਡ ਰਹੇ ਹਾਂ। ਕੋਈ ਵੀ ਮਨ ਦੇ ਵਿੱਚ ਸਵਾਲ ਹੈਗਾ, ਕੋਈ ਸੁਝਾਅ ਹੈਗਾ ਹੈ ਨਾ, ਪ੍ਰੋਗਰਾਮ ਦੇ ਬਾਰੇ ਵੀ ਕੋਈ ਨਵਾਂ ਵਿਸ਼ਾ ਡਾਕਟਰ ਸਾਹਿਬ ਨੂੰ ਦੇਣਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਦੇ ਸਕਦੇ ਹੋ, ਕਿਉਂਕਿ ਸਮੇਂ ਦੇ ਅਨੁਸਾਰ ਅਸੀਂ ਵੱਖ-ਵੱਖ ਸਮਿਆਂ ਦੇ ਵਿੱਚ ਵੱਖ-ਵੱਖ ਐਪੀਸੋਡਸ ਡਾਕਟਰ ਸਾਹਿਬ ਦੇ ਵੱਖ-ਵੱਖ ਵਿਸ਼ਿਆਂ ਦੇ ਉੱਤੇ ਲੈ ਕੇ ਆ ਰਹੇ ਹਾਂ। ਸੋ ਅੱਜ ਦੀ ਜਿਹੜੀ ਗੱਲ ਸੀਗੀ ਮੀਟ ਬਾਰੇ ਸੀ, ਤੇ ਨਾਲ ਹੀ ਜਿਵੇਂ ਸਰੋਵਰਾਂ ਦਾ ਜ਼ਿਕਰ ਕੀਤਾ, ਹੋਰ ਗੱਲ ਥਲੀ ਸਾਹਿਬ ਛੋਟੀ ਜਿਹੀ ਗੱਲ ਹੋ ਰਹੇਗੀ ਜੀ। ਜਦੋਂ ਆਪਾਂ ਨੂੰ ਅੰਮ੍ਰਿਤਪਾਨ ਕਰਾਇਆ ਜਾਂਦਾ ਸਿੱਖ ਧਰਮ ਦੇ ਵਿੱਚ ਜੀ, ਉੱਥੇ ਇੱਕ ਮਦ ਇਹ ਹੁੰਦੀ ਹੈ ਵੀ ਕੁੱਠਾ ਨਹੀਂ ਖਾਣਾ ਜੀ। ਬਿਲਕੁਲ, ਕੁੱਠਾ ਮੀਨਸ ਕੋਹ ਕੇ ਕੱਟਿਆ ਹੋਇਆ ਛੁਰੀ ਨਾਲ, ਇੱਕ ਟੱਕ ਨਾਲ ਨਾ ਵੱਢਿਆ, ਇੱਕ ਟੱਕ ਵਾਲੇ ਨੂੰ ਝਟਕਾ ਕਹਿੰਦੇ ਜੀ। ਇਹ ਸਾਡੀ ਰਵਾਇਤ ਚੱਲੀ ਆ ਰਹੀ ਹੈ ਪਹਿਲਾਂ ਤੋਂ ਹੀ। ਸਿੱਖਾਂ ਨੂੰ ਇਹ ਸਮਝਾਇਆ ਜਾਂਦਾ ਜਦੋਂ ਵੀ ਅੰਮ੍ਰਿਤਪਾਨ ਕਰਾਇਆ ਜਾਂਦਾ ਹੈ ਵੀ ਭਾਈ ਤੁਸੀਂ ਕੁੱਠਾ ਨਹੀਂ ਖਾਣਾ ਹੈ।
ਹੁਣ ਇਹ ਗੁਰੂ ਸਾਹਿਬ ਨੇ ਕਿਹਾ ਕਿ ਨਹੀਂ ਕਿਹਾ, ਇਹਦੇ ਬਾਰੇ ਤਾਂ ਦਾਸਰੇ ਦੀ ਬੁੱਧੀ ਛੋਟੀ ਹੈ, ਕੁਝ ਕਹਿ ਨਹੀਂ ਜਾਂਦੀ, ਲੇਕਿਨ ਇਹ ਰਵਾਇਤ ਜ਼ਰੂਰ ਚੱਲੀ ਆਉਂਦੀ ਹੈ। ਸਾਡੇ ਸਿੰਘ ਸਾਹਿਬਾਨ ਜਿਹੜੇ ਸਾਨੂੰ ਛਕਾਉਂਦੇ ਅੰਮ੍ਰਿਤ ਪੰਜ ਪਿਆਰੇ, ਉਹ ਇਹ ਗੱਲ ਕਹਿੰਦੇ ਜ਼ਰੂਰ ਹੈ ਬਈ ਕੁੱਠਾ ਨਹੀਂ ਖਾਣਾ ਭਾਈ। ਇਸੇ ਕਰਕੇ ਸ਼ਾਇਦ ਸਿੱਖ ਜਗਤ ਇਹਨੂੰ ਬਹੁਤਾ ਬੁਰਾ ਵੀ ਨਹੀਂ ਗਿਣ ਰਿਹਾ, ਇਹ ਵੀ ਗੱਲ ਨਾਲ ਹੈ, ਕਿਉਂਕਿ ਫੈਕਟਸ ਤਾਂ ਫੈਕਟਸ ਹੈ। ਹੁਣ ਇਹ ਸਹੀ ਹੈ ਕਿ ਨਹੀਂ ਹੈ, ਇਹਦੇ ਬਾਰੇ ਇੱਕ ਬੰਦੇ ਦੀ ਬੁੱਧੀ ਨਹੀਂ ਜਾਣ ਸਕਦੀ। ਇਤਿਹਾਸ ਪੰਜ ਵੀ ਸਿੰਘਾਂ ਹੈ, ਦੇ ਉੱਤੇ ਕੋਈ ਪ੍ਰਸ਼ਨ ਚਿੰਨ੍ਹ ਵੀ ਨਹੀਂ ਕਰਿਆ ਜਾ ਸਕਦਾ, ਨਹੀਂ ਕਰਿਆ ਜਾ ਸਕਦਾ। ਉਹ ਇਹ ਠੀਕ ਹੈ, ਹੁਣ ਜਿਵੇਂ ਉਹ ਹਜੂਰ ਸਾਹਿਬ ਵਾਲੇ ਵੀ ਕਹਿ ਸਕਦੇ ਆ ਵੀ ਐਂ ਤਾਂ ਵੀ ਅਸੀਂ ਵੀ ਪੰਜ ਸਿੰਘਾਂ ਦਾ ਹੁਕਮ ਮੰਨਦੇ ਹਾਂ, ਉਰੇ ਉੱਥੇ ਵੀ ਹੈ ਪੰਜ ਪਿਆਰੇ ਤਾਂ ਬਣੇ ਹੋਏ, ਉਹਨਾਂ ਦੀ ਆਪਣੀਆਂ ਰਵਾਇਤਾਂ, ਹੁਣ ਉਹਦੇ ਬਾਰੇ ਆਪਾਂ ਬਹੁਤੀ ਟਿੱਪਣੀ ਨਹੀਂ ਵੀ ਕਰ ਸਕਦੇ। ਇੱਕ ਸਿੱਖ ਕਿਸੇ ਤਖਤ ਬਾਰੇ ਕੋਈ ਬਹੁਤੀ ਟਿੱਪਣੀ ਕਰੇ ਚੰਗਾ ਹੀ ਨਹੀਂ ਲੱਗਦੀ, ਗੱਲ ਸੋਭਦੀ ਉਹ ਨਹੀਂ ਹੈ। ਹਾਲਾਂਕਿ ਸਾਡੇ ਉਹ ਸਤਿਕਾਰਤ ਤਖਤ ਹੈ, ਪਰ ਗੁਰਮਤ ਦਾ ਅਸੂਲ ਇਹ ਹੈ ਵੀ ਇੱਕਣ ਜਾਨਵਰ ਨੂੰ ਮਾਰਨਾ, ਖਾਸ ਕਰਕੇ ਗੁਰਦੁਆਰੇ ਸਾਹਿਬ ਦੀ ਹਦੂਦ ਦੇ ਅੰਦਰ, ਕਮ ਸੇ ਕਮ ਦਾਸਰੇ ਦੀ ਆਤਮਾ ਤਾਂ ਅਲਾਉ ਨਹੀਂ ਕਰਦੀ। ਸੋ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਧੰਨਵਾਦ ਕਰਦੇ ਹਾਂ, ਅਤੇ ਨਾਲ ਹੀ ਇੱਕ ਵਾਰ ਫਿਰ ਮੈਂ ਦੱਸ ਦਿੰਦਾ ਕਿ ਡਾਕਟਰ ਸਾਹਿਬ ਦਾ ਨੰਬਰ ਅਸੀਂ ਡਿਸਪਲੇ ਕਰ ਰਹੇ ਹਾਂ ਸਕਰੀਨ ਦੇ ਉੱਤੇ, ਅਤੇ ਇਹਨਾਂ ਦੇ ਨਾਲ ਕੋਈ ਵੀ ਤੁਸੀਂ ਮਨ ਦੇ ਵਿੱਚ ਸਵਾਲ ਹੋਵੇ ਜਾਂ ਕੋਈ ਸੁਝਾਅ ਦੇਣਾ ਹੋਵੇ ਤਾਂ ਜ਼ਰੂਰ ਦਿਓ ਜੀ। ਜਗਦੀਪ ਸਿੰਘ ਥਲਿੰਗ ਦਿਓ ਇਜਾਜ਼ਤ, ਧੰਨਵਾਦ।